सबसे पहले तो आपका बहुत बहुत स्वागत है गुरु जी के सत्संग में। सो जय गुरु जी, प्लीज स्टार्ट योर सत्संग आंटी। गुरु जी की प्यारी संगत को नमस्कार। सबसे पहले तो ये देखना है कि जो गुरु जी है वो कलयुग में हमें तारने आए, हमें जिंदगी जीना सिखाने आए, हमारे कर्म काटने आए। और गुरु जी ने कहा कि मेरे नाल अपने कर्म कट लो। ਜਦੋਂ ਗੁਰੂ ਜੀ ਦੇ ਕੋਲ ਜਾਣ ਦਾ ਮੌਕਾ ਮਿਲਿਆ ਉਦੋਂ ਇਹ ਨਹੀਂ ਸੀ ਪਤਾ ਕਿ ਗੁਰੂ ਜੀ ਕੌਣ ਹੈ। ਗੁਰੂ ਜੀ ਪੰਡਤ ਨੇ, ਗੁਰੂ ਜੀ ਜੋਤਸ਼ੀ ਨੇ, ਗੁਰੂ ਜੀ ਕੌਣ ਹੈ। ਮੇਰੇ ਫਾਦਰ ਤੇ ਕੁਲੀਗ ਲੈ ਕੇ ਗਏ ਉਹਨਾਂ ਦੇ ਕੋਲ। ਜਦੋਂ ਗੁਰੂ ਜੀ ਦੇ ਦਰ ਤੇ ਗਏ ਉਸ ਟਾਈਮ ਤੇ ਸੰਗਤ ਬਹੁਤ ਥੋੜੀ ਹੁੰਦੀ ਸੀ। ਸੰਗਤ ਜੀ ਜਿੱਥੇ ਹੁਣ ਜਲੰਧਰ ਗੁਰੂ ਜੀ ਦਾ ਮੰਦਿਰ ਹੈ, ਉਸ ਤੋਂ ਪਹਿਲਾਂ ਜਿੱਥੇ ਗੁਰੂ ਜੀ ਹੁੰਦੇ ਸੀ ਉੱਥੇ ਅਸੀਂ ਗਏ। ਲੇਟ 80s ਦੀ ਗੱਲ ਹੈ। ਜਦੋਂ ਗਏ ਤਾਂ ਗੁਰੂ ਜੀ ਕਹਿੰਦੇ, ਮੇਰੇ ਫਾਦਰ ਦਾ ਨਾਮ ਲਿਆ, ਆਓ ਡਾਕਟਰ ਸਾਹਿਬ ਚਹਿਲ ਸਾਹਿਬ, ਮੈਂ ਅੱਜ ਤੋਂ 5 ਸਾਲ ਪਹਿਲਾਂ ਮੈਂ ਤੁਹਾਡੇ ਘਰ ਆਇਆ। ਉਦੋਂ ਗੁਰੂ ਜੀ ਨੇ ਪੈਂਟ ਸ਼ਰਟ ਪਾਈ ਹੋਈ ਸੀ। ਮੇਰੇ ਮਦਰ ਨੂੰ ਇੱਕਦਮ ਯਾਦ ਆ ਗਿਆ ਕਿ ਗੁਰੂ ਜੀ ਇੱਕ ਮੇਰੇ ਫਾਦਰ ਤੇ ਕਲੀਗ ਨਾਲ ਘਰ ਆਏ। ਉਹਨਾਂ ਨੇ ਇੰਟਰੋਡਿਊਸ ਕਰਵਾਇਆ ਕਿ ਇਹ ਸਾਡੇ ਗੁਰੂ ਜੀ ਹੈ ਤੇ ਮੇਰੇ ਮਦਰ ਨੇ ਨਮਸਕਾਰ ਕੀਤਾ। ਕਿਉਂਕਿ ਮੇਰੇ ਮਦਰ ਫਾਦਰ ਦੋਨਾਂ ਦੀ ਬੈਕਗ੍ਰਾਉਂਡ ਇਸ ਤਰ੍ਹਾਂ ਸੀ ਕਿ ਦੋਨਾਂ ਦੇ ਪੇਰੈਂਟਸ ਮਹਾਂਪੁਰਸ਼ਾਂ ਨੂੰ ਮੰਨਣ ਵਾਲੇ ਸੀ। ਇਸ ਕਰਕੇ ਜਦੋਂ ਫਸਟ ਟਾਈਮ ਗੁਰੂ ਜੀ ਦੇ ਕੋਲ ਪਹੁੰਚੇ, ਉਹਨਾਂ ਨੂੰ ਮਿਲੇ, ਵਾਪਸੀ ਤੇ ਮੇਰੇ ਮਦਰ ਕਹਿੰਦੇ ਇਹਨਾਂ ਨੂੰ ਕੋਈ ਪੰਡਤ ਜੋਤਸ਼ੀ ਨਾ ਸਮਝੋ, ਇਹ ਤਾਂ ਬਹੁਤ ਬਹੁਤ ਉੱਚੀ ਚੀਜ਼ ਹੈ। ਪਹਿਲੇ ਦਿਨ ਹੀ ਮੇਰੇ ਮਦਰ ਨੇ ਇਹ ਗੱਲ ਸਾਨੂੰ ਬਾਹਰ ਨਿਕਲ ਕੇ ਕਹੀ। ਮੈਂ ਪਹਿਲੀ ਸਤਸੰਗ ਵਿੱਚ ਵੀ ਜ਼ਿਕਰ ਕਰ ਚੁੱਕੀ ਸੀ, ਪਰ ਬਰੀਫ ਦੁਬਾਰਾ ਛੋਟਾ ਦੁਬਾਰਾ ਕਰੂੰਗੀ ਕਿਉਂਕਿ ਉੱਤੇ ਕਨੈਕਟ ਕਰਨ ਲਈ। ਮਾਮਾ ਨੂੰ ਉਹਨਾਂ ਦੇ ਮਹਾਂਪੁਰਸ਼ ਸੀ, ਬਹੁਤ ਬਜ਼ੁਰਗ ਸੀ। ਚੋਲਾ ਛੱਡਣ ਤੋਂ ਪਹਿਲਾਂ ਉਹ ਉਹਨਾਂ ਨੂੰ ਘਰ ਆ ਕੇ ਕਹਿ ਕੇ ਗਏ ਕਿ ਤੂੰ ਭਟਕੀ ਨਾ, ਤੈਨੂੰ ਰੱਬ ਘਰ ਬੈਠੇ ਨੂੰ ਮਿਲੂ। ਜਦੋਂ ਗੁਰੂ ਜੀ ਕੋਲ ਜਾਣਾ ਸ਼ੁਰੂ ਕੀਤਾ, ਜਿਸ ਤਰ੍ਹਾਂ ਗੁਰੂ ਜੀ ਨੇ ਬੁਲਾਇਆ ਉਸ ਤਰ੍ਹਾਂ ਗੁਰੂ ਜੀ ਕੋਲ ਗਏ ਤਾਂ ਮੇਰੇ ਮਦਰ ਤੇ ਮਨ ਸਵਾਲ ਆ ਗਿਆ ਕਿ ਮੇਰੇ ਪਾਪਾ ਜੀ ਨੇ, ਮਹਾਂਪੁਰਸ਼ਾਂ ਨੇ ਤਾਂ ਮੈਨੂੰ ਕਿਹਾ ਸੀ ਤੈਨੂੰ ਰੱਬ ਘਰ ਮਿਲੂਗਾ, ਮੈਂ ਕਿਤੇ ਗਲਤ ਰਸਤੇ ਤੇ ਤਾਂ ਨਹੀਂ। ਸੰਗਤ ਜੀ, ਇੱਕ ਦਿਨ ਮੇਰੇ ਫਾਦਰ ਨੂੰ ਗੁਰੂ ਜੀ ਨੇ ਕਿਹਾ ਕਿ ਰੱਬ ਸਾਹਿਬ ਗੱਡੀ ਲਗਾਓ। ਗੁਰੂ ਜੀ ਡੈਡ ਦੇ ਨਾਲ ਬੈਠ ਕੇ, ਪਿੱਛੇ ਮੇਰੇ ਮਦਰ ਬੈਠੇ ਤੇ ਮੇਰੀ ਸਿਸਟਰ ਬੈਠੇ। ਮਾਮਾ ਅਰਦਾਸ ਕਰ ਰਹੇ ਸੀ ਤਾਂ ਸੀਟ ਗਾਇਬ ਹੋ ਜਾਂਦੀ ਹੈ। ਉੱਥੇ ਇੱਕ ਮੰਦਿਰ ਦੇ ਵਿੱਚ ਜੋਤ। ਜਦੋਂ ਕਿ ਫਿਰ ਮੇਰੇ ਮਦਰ ਨੇ ਕਿਹਾ ਦੁਨੀਆ ਸਾਰੀ ਕੁਛ ਮਰਜ਼ੀ ਕਹੇ, ਇਹ ਰਸਤਾ ਨਹੀਂ ਛੱਡਣਾ, ਇਹ ਬਹੁਤ ਉੱਚਾ। ਮੇਰੇ ਮਦਰ ਨੂੰ ਤਾਂ ਗੁਰੂ ਜੀ ਨੇ ਬਹੁਤ ਦਰਸ਼ਨ ਕਰਾਏ। ਉਹਨਾਂ ਨੂੰ ਆਪਦੇ ਪੈਰਾਂ ਦੇ ਵਿੱਚ ਪਦਮ ਦਰਸ਼ਨ ਕਰਾਏ। ਉਹਨਾਂ ਨੂੰ ਸ਼ਿਵ ਜੀ ਦੇ ਅਸਲੀ ਦਰਸ਼ਨ ਕਰਾਏ। ਆਪਣੇ ਦੇ ਵਿੱਚ ਹੀ ਜਟਾਧਾਰੀ ਗੁਰੂ ਜੀ ਨੇ ਦਰਸ਼ਨ ਕਰਾਏ। ਸੰਗਤ ਜੀ, ਗੁਰੂ ਜੀ ਦੇ ਕੋਲ ਗੁਰੂ ਜੀ ਦੀ ਮਰਜ਼ੀ ਤੋਂ ਬਿਨਾਂ ਕੋਈ ਨਹੀਂ ਜਾ ਸਕਦਾ ਤੇ ਗੁਰੂ ਜੀ ਦੇ ਨਾਲ ਜਰਨੀ ਸਾਡੀ ਇਸ ਜਨਮ ਦੀ ਨਹੀਂ ਹੈ, ਉਹ ਜਨਮਾਂ ਦੀ ਹੈ। ਗੁਰੂ ਜੀ ਨੇ ਕਿਹਾ ਸੀ ਮੈਂ ਲਾਈਟ ਚੋਂ ਆਇਆ, ਲਾਈਟ ਚ ਚਲੇ ਜਾਣਾ। ਕਈ ਜਨਮਾਂ ਦੇ ਇਸ਼ਾਰੇ ਗੁਰੂ ਜੀ ਨੇ ਕੀਤੇ। ਫਿਰ ਗੁਰੂ ਜੀ ਨੇ ਪੁਰਾਣਾ ਜਨਮ ਦਿਖਾਇਆ। ਸੰਗਤ ਜੀ, ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਜੋ ਮੇਰੇ ਨਾਲ ਹੋਇਆ ਜਾਂ ਮੇਰੇ ਸਾਹਮਣੇ ਗੁਰੂ ਜੀ ਦੇ ਮੁਖ ਚੋਂ ਸੁਣੀਆਂ ਗੱਲਾਂ, ਮੈਂ ਸਿਰਫ ਉਹੀ ਸ਼ੇਅਰ ਕਰਾਂ। ਉਸ ਟਾਈਮ ਤੇ ਗੁਰੂ ਜੀ अर्ਲੀ ਮਾਰਨਿੰਗ 6:30 7 o'clock ਤੋਂ 11 o'clock ਤੱਕ ਹੀ ਸੰਗਤ
ਦੇ ਵਿੱਚ ਬੈਠਦੇ ਸੀ ਤੇ ਬਹੁਤ ਥੋੜੀ ਸੰਗਤ ਹੁੰਦੀ ਸੀ, ਬਹੁਤ ਥੋੜੀਆਂ ਫੈਮਿਲੀਆਂ ਹੁੰਦੀਆਂ ਸੀ। ਫਿਰ ਗੁਰੂ ਜੀ ਨੇ ਗੱਡੀ 'ਚ ਬਿਠਾਉਣਾ ਤੇ ਸਰਪ੍ਰਾਈਜ਼ ਦੇਣ ਲਈ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਲੈ ਜਾਣਾ। ਇਸ ਇੱਕ ਜਰਨੀ ਜੋ ਗੁਰੂ ਜੀ ਦੇ ਨਾਲ ਸ਼ੁਰੂ ਹੋਈ, ਇਸ ਜਰਨੀ ਦੇ ਵਿੱਚ ਹੀ ਸੰਗਤ ਜੀ ਇਹ ਸਮਝ ਲਓ ਕਿ ਜਿਸ ਤਰ੍ਹਾਂ ਬੱਚਾ ਪਲੇ ਸਕੂਲ 'ਚ ਜਾਂਦਾ ਹੈ, ਉਹ ਪਲੇ ਸਕੂਲ ਤੋਂ ਲੈ ਕੇ, ਜਾਂ ਇਹ ਕਹਿ ਲਓ ਕਿ ਬੱਚਾ ਜਦੋਂ ਜਨਮ ਲੈਂਦਾ ਹੈ ਉਹ ਇੱਕ ਰੋਣਾ ਸ਼ੁਰੂ ਕਰਦਾ ਹੈ, ਫਿਰ ਉਹ ਕਿਸ ਤਰ੍ਹਾਂ ਬੋਲਣਾ, ਕਦਮ ਚੱਕਣੇ ਸ਼ੁਰੂ ਕਰਦਾ, ਉਸ ਤਰ੍ਹਾਂ ਦੇ ਨਾਲ ਹੀ ਜਰਨੀ ਗੁਰੂ ਜੀ ਦੇ ਨਾਲ ਸ਼ੁਰੂ ਹੋਈ। ਉਹ ਅੱਜ ਸਮਝ ਆਉਂਦੀ ਹੈ ਕਿ ਗੁਰੂ ਜੀ ਨੇ ਤਾਂ ਪਹਿਲੇ ਦਿਨ ਤੋਂ ਹੀ ਅੱਜ ਦੇ ਦਿਨ ਲਈ ਪ੍ਰਪੇਅਰ ਕਰਨਾ ਸ਼ੁਰੂ ਕਰਤਾ ਸੀ। ਉਹਨਾਂ ਨੇ ਤਾਂ ਅੱਜ ਦੇ ਦਿਨ ਲਈ ਜੋ ਉਸ ਟਾਈਮ ਤੇ ਗੱਲਾਂ ਬਹੁਤ ਇਸ ਤਰ੍ਹਾਂ ਲੱਗਦੀਆਂ ਸੀ ਕਿ ਗੁਰੂ ਜੀ ਨੇ ਤਾਂ ਇਹ ਬਾਈ ਦ ਵੇ ਗੱਲ ਬੋਲ ਦਿੱਤੀ, ਪਰ ਉਹਨਾਂ ਦੇ ਮਤਲਬ ਅੱਜ ਸਮਝ ਆਏ। ਕਹਿੰਦੇ ਸੀ ਚੌਲਾਂ ਦੀ ਖੁਸ਼ਬੂ ਆਪਣੇ ਆਪ ਆਉਂਦੀ ਹੈ। ਛੋਟੇ ਛੋਟੇ ਕੌਤਕ ਗੁਰੂ ਜੀ ਦੇ ਦੇਖੇ, ਵੱਡੇ ਵੱਡੇ ਕੌਤਕ ਦੇਖੇ। ਕੌਤਕ ਮੀਨਸ ਮਿਰੇਕਲਸ। ਪਰ ਸੰਗਤ ਜੀ ਜੋ ਗੁਰੂ ਜੀ ਨੇ ਦਿਖਾਇਆ, ਜੋ ਸਮਝਾਇਆ ਕਿ ਇਹ ਜਰਨੀ ਤਾਂ ਉਸ ਤੋਂ ਅੱਗੇ ਹੈ। ਗੁਰੂ ਜੀ ਕਹਿੰਦੇ ਸੀ ਅਸੀਂ ਤਾਂ ਗਲਤ ਕੰਮ ਸ਼ੁਰੂ ਕਰ ਲਿਆ, ਜਿਹੜਾ ਅਸੀਂ ਲੋਕਾਂ ਨੂੰ ਠੀਕ ਕਰਨ ਲੱਗੇ, ਸਾਡੇ ਕੋਲ ਤਾਂ ਕੋਈ ਅਸਲੀ ਚੀਜ਼ ਹੀ ਨਹੀਂ ਲੈਂਦਾ। ਕਈ ਦਫਾ ਗੁਰੂ ਜੀ ਦੇ ਨਾਲ ਗੱਡੀ 'ਚ ਸਫ਼ਰ ਕਰਨ ਦਾ ਮੌਕਾ ਮਿਲਿਆ। ਸਰਦੀਆਂ ਦੇ ਦਿਨ ਸੀ, ਬਹੁਤ ਜ਼ਿਆਦਾ ਫੌਗ ਸੀ। ਪਟਿਆਲੇ ਤੋਂ ਗੁਰੂ ਜੀ ਦੇ ਨਾਲ ਉਹਨਾਂ ਨੇ ਆਪਣੇ ਨਾਲ ਬਿਠਾਇਆ। ਉਹ ਫੌਗ ਦੇ ਵਿੱਚ ਕੁਛ ਨਹੀਂ ਨਜ਼ਰ ਆ ਰਿਹਾ ਸੀ। ਇਸ ਤਰ੍ਹਾਂ ਸੀ ਕਿ ਬੱਦਲਾਂ ਦੇ ਵਿੱਚ ਗੱਡੀ ਉੱਡ ਰਹੀ ਹੈ। ਇਸ ਤਰ੍ਹਾਂ ਦਾ ਸੀਨ ਦਿਖਾਇਆ ਗੁਰੂ ਜੀ ਨੇ ਕਿ ਮੈਂ ਤਾਂ ਸਵਰਗਾਂ 'ਚ ਪਹੁੰਚ ਗਈ। ਇਸ ਤਰ੍ਹਾਂ ਮਹਿਸੂਸ ਹੋਵੇ ਕਿ ਇਹ ਸਫ਼ਰ ਕਦੇ ਖਤਮ ਹੀ ਨਾ ਹੋਵੇ। ਗੁਰੂ ਜੀ ਨੇ ਲਾਈਟ ਦੇ ਦਰਸ਼ਨ ਕਰਵਾਏ। ਉਸ ਲਾਈਟ ਤੇ ਉਸ ਪਲ ਨੂੰ ਮੈਂ ਅੱਜ ਵੀ ਮਹਿਸੂਸ ਕਰ ਸਕਦੀ ਹਾਂ। ਸ਼ੁਰੂ ਵਿੱਚ ਗੁਰੂ ਜੀ ਨੇ ਜਦੋਂ ਜਾਣਾ ਸ਼ੁਰੂ ਕੀਤਾ, ਮੈਂ ਆਪਦੇ ਪੇਰੈਂਟਸ ਨਾਲ ਜਾਣਾ ਸ਼ੁਰੂ ਕੀਤਾ ਸੀ। ਗੁਰੂ ਜੀ ਡ੍ਰੀਮ 'ਚ ਆਏ। ਅਗਲੇ ਦਿਨ ਗੁਰੂ ਜੀ ਕੋਲ ਜਾਣਾ ਸੀ ਤਾਂ ਗੁਰੂ ਜੀ ਕਹਿਣ ਲੱਗੇ ਕਿ ਮੈਂ ਇੰਨੇ ਵੱਜ ਕੇ ਇੰਨੇ ਮਿੰਟ ਤੇ ਤੈਨੂੰ ਬਲੈਸ ਕਰਕੇ ਆਇਆ। ਤਾਂ ਮਤਲਬ ਇਹ ਕਿ ਗੁਰੂ ਜੀ ਦਾ ਡ੍ਰੀਮ ਦੇ ਵਿੱਚ ਆਉਣਾ, ਡ੍ਰੀਮ 'ਚ ਆਉਣਾ ਨਹੀਂ ਹੁੰਦਾ। ਇਹ ਦੱਸਿਆ ਕੋਈ ਵੀ ਮਹਾਪੁਰਸ਼ ਜਾਂ ਕੋਈ ਵੀ ਗੁਰੂ ਤੁਹਾਡੇ ਡ੍ਰੀਮ 'ਚ ਆਉਂਦਾ ਹੈ ਤਾਂ ਉਹ ਡ੍ਰੀਮ ਨਹੀਂ, ਉਹ ਅਸਲੀ ਆਉਂਦਾ ਹੈ। ਇਹਦਾ ਕਨੈਕਸ਼ਨ ਇੱਕ ਹੋਰ ਜਿਹੜਾ ਕਿ ਮੈਂ ਅੱਜ ਤੋਂ ਪਹਿਲਾਂ ਨਹੀਂ ਦੱਸਿਆ, ਜਦੋਂ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮੇਰੇ ਮਦਰ ਦਾ ਇੱਕ ਗਰੁੱਪ ਹੁੰਦਾ ਸੀ ਜਿਹੜਾ ਸਤਸੰਗ ਵਾਹਿਗੁਰੂ ਦਾ ਜਾਪ ਕਰਦਾ ਸੀ। ਗੁਰੂ ਨਾਨਕ ਚਮਤਕਾਰ ਤੇ ਉਹ ਇੱਕ ਚੈਪਟਰ ਪੜ੍ਹਦੇ ਸੀ ਬੈਠ ਕੇ। ਤੇ ਉਸ ਟਾਈਮ ਦੇ ਵਿੱਚ ਸੰਗਤ ਜੀ ਕਦੇ ਕਦੇ ਮੌਕਾ ਮਿਲਦਾ ਕਿ ਮੈਂ ਉਹਨਾਂ ਦੇ ਗਰੁੱਪ 'ਚ ਨਾਲ ਜਾ ਕੇ ਬੈਠ ਜਾਂਦੀ। ਇੱਕਦਮ ਰਿਅਲਾਈਜ਼ ਕੀਤਾ ਕਿ ਮੇਰੇ ਅੰਦਰੋਂ ਵੀ ਇੱਕ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਚੱਲ ਪਿਆ। ਸੌਂ ਕੇ ਉੱਠਦੀ ਸੀ ਤਾਂ ਅੰਦਰੋਂ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ ਹੁੰਦਾ ਸੀ, ਬਟ ਉਹ ਥੋੜੀ ਦੇਰ ਹੋਇਆ, ਵਿਦ ਟਾਈਮ ਉਹ ਚੀਜ਼ ਖਤਮ ਹੋ ਗਈ। ਪਰ ਜਦੋਂ ਫਰਸਟ ਡੇ ਗੁਰੂ ਜੀ ਦੇ ਮੰਦਿਰ ਦੇ ਵਿੱਚ ਗਏ, ਅੱਜ ਵੀ ਮੈਨੂੰ ਇੰਨੀ ਚੰਗੀ ਤਰ੍ਹਾਂ ਨਾਲ ਯਾਦ ਹੈ, ਜਿਸ ਤਰ੍ਹਾਂ ਉਹ ਮੂਵੀਜ਼ 'ਚ ਨਹੀਂ ਦਿਖਾਉਂਦੇ ਕਿ ਪੈਰ ਅੰਦਰ, ਇੱਕ ਕਦਮ ਅੰਦਰ ਗਿਆ ਤਾਂ ਮੇਰੇ ਅੰਦਰੋਂ ਉਹ ਫਾਊਂਟੇਨ ਦੀ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਫਿਰ ਚੱਲ ਪਿਆ। ਉਸ ਟਾਈਮ ਦੇ ਦੌਰਾਨ ਮੈਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ, ਜਦੋਂ ਕਿ ਉਹ ਜਿਸ ਤਰ੍ਹਾਂ ਉਹਨਾਂ ਨੇ ਯੁੱਧ ਲੜੇ ਸੀ, ਉਹਦਾ ਮਾਹੌਲ ਸੀ, ਚਮਕੌਰ ਦੀ ਗੜੀ ਦਾ ਸੀ। ਉਹ ਡ੍ਰੀਮ ਮੈਨੂੰ ਇੰਨੀ ਚੰਗੀ ਤਰ੍ਹਾਂ ਨਾਲ ਯਾਦ ਹੈ।
ਉਹਦੇ ਵਿੱਚ ਮੈਂ ਉਹਨਾਂ ਦੇ ਕੋਲੇ ਇੱਕ ਮੈਸੇਜ ਲੈ ਕੇ ਜਾਂਦੀ ਹਾਂ, ਜਿਹਦਾ ਕਨੈਕਸ਼ਨ ਮੈਨੂੰ ਜਦੋਂ ਗੁਰੂ ਜੀ ਦੇ ਦਰ ਤੇ ਆਏ, ਜਦੋਂ ਕਿਸੇ ਨੇ ਪੁੱਛਿਆ ਕਿੰਨੀ ਦੇਰ ਹੋ ਗਈ ਗੁਰੂ ਜੀ ਦੇ ਕੋਲ ਆਉਂਦਿਆਂ, ਕਹਿੰਦੇ ਐਵੇਂ ਪੁੱਛੀਦਾ। ਹੌਲੀ ਜਿਹੀ ਮੇਰੇ ਸਾਈਡ ਤੇ ਕਰਕੇ ਕਹਿੰਦੇ ਕਈ 100 ਸਾਲ। ਸੋ ਇੱਥੋਂ ਪਤਾ ਚੱਲਦਾ ਹੈ ਕਿ ਸਾਡੀ ਜਰਨੀ ਸੰਗਤ ਜੀ ਗੁਰੂ ਜੀ ਦੇ ਨਾਲ ਪਤਾ ਨਹੀਂ ਕਦੋਂ ਦੀ ਹੈ। ਅਸੀਂ ਆਪਣੇ ਆਪ ਨੂੰ ਕਿਸਮਤ ਵਾਲੇ ਸਮਝੀਏ ਕਿ ਗੁਰੂ ਨੇ ਸਾਨੂੰ ਆਪਣੇ ਦਰ ਤੇ ਬੁਲਾਇਆ, ਆਪਣੇ ਚਰਨਾਂ ਦੇ ਵਿੱਚ ਆਪਾਂ ਨੂੰ ਜਗ੍ਹਾ ਦਿੱਤੀ। ਅਸੀਂ ਉਹਦਾ ਫਾਇਦਾ ਕਿਸ ਤਰ੍ਹਾਂ ਲੈਣਾ, ਅਸੀਂ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇ ਨਾਲ, ਇਸ ਸਫ਼ਰ ਨੂੰ, ਇਸ ਜਰਨੀ ਨੂੰ ਜੋ ਗੁਰੂ ਜੀ ਨੇ ਮੈਨੂੰ ਸਿਖਾਈ, ਜੋ ਖਜ਼ਾਨਾ ਕਿਆ ਸੋਨਿਆ ਜੀ ਨੇ, ਇਹੀ ਖਜ਼ਾਨਾ ਹੈ। ਗੁਰੂ ਜੀ ਜਦੋਂ ਚੋਇਕ ਸੀ ਮੈਨੂੰ ਕਦੇ ਨਹੀਂ ਸੀ ਕਹਿੰਦੇ ਕਿ ਸਤਸੰਗ ਕਰ, ਹਮੇਸ਼ਾ ਗਰੇਵਾਲ ਨੂੰ ਕਹਿੰਦੇ ਸੀ ਕਿ ਸਤਸੰਗ ਕਰ, ਪਰ ਮੇਰੇ ਕੋਲ ਸੰਗਤ ਨੂੰ ਕਦੇ ਕਿਸੇ ਨਾ ਕਿਸੇ ਨੂੰ ਘਰ ਭੇਜਦੇ ਸੀ ਤਾਂ ਫਿਰ ਵਾਪਸ ਪੁੱਛਦੇ ਕੀ ਕਹਿੰਦੇ ਰਿੰਪਲ। ਉਦੋਂ ਆਂਟੀ ਅੰਕਲ ਨੂੰ ਵੀ ਕਹਿੰਦੇ ਸੀ ਸੰਗਤ ਜੀ ਇਹ ਤਾਂ ਅੱਜ ਇੱਕ ਨਵਾਂ ਹੀ ਰਿਵਾਜ ਸ਼ੁਰੂ ਹੋ ਗਿਆ, ਮੈਂ ਕਨੈਕਟ ਕਰਦੀ ਹਾਂ ਗੁਰੂ ਜੀ ਦੇ ਨਾਲ ਜਲੰਧਰ ਦੇ। ਹਾਂ ਜੋ ਵੱਡੇ ਸੀ ਉਹਨਾਂ ਨੂੰ ਜ਼ਰੂਰ ਉਹ ਆਂਟੀ ਅੰਕਲ, ਮੋਸਟਲੀ ਨਹੀਂ ਤਾਂ ਉਹ ਨਾਮ ਹੀ ਲੈਂਦੇ ਸੀ ਸਭ ਦਾ। ਅਸੀਂ ਵੀ ਜੋ ਸੀ ਜੇ ਸਾਡੇ ਤੋਂ ਵੱਡੇ ਹੁੰਦੇ ਸੀ ਤਾਂ ਉਹਨਾਂ ਨੂੰ ਅਸੀਂ ਭੈਣ ਜੀ ਜਾਂ ਵੀਰ ਜੀ ਕਰਕੇ ਗੱਲ ਕਰਦੇ ਸੀ, ਜਿਹੜੇ ਬਰਾਬਰ ਸੀ ਉਹਨਾਂ ਦਾ ਨਾਮ ਲੈਂਦੇ ਸੀ, ਬੱਚਿਆਂ ਦਾ ਨਾਮ ਲੈਂਦੇ ਸੀ। ਸੋ ਗੁਰੂ ਜੀ ਦੇ ਨਾਲ ਜਿਹੜੀ ਜਰਨੀ ਹੈ ਇਹ ਸਾਡੀ ਸੋਲ ਦੀ ਜਰਨੀ ਹੈ। ਗੁਰੂ ਜੀ ਦੇ ਨਾਲ ਜਦੋਂ ਅਸੀਂ ਆਪਣੀ ਇਹ ਜਰਨੀ ਜਿਹੜੇ ਵੀ ਜਨਮ ਵਿੱਚ ਖਤਮ ਕੀਤੀ, ਕਿਸੇ ਨੇ ਅਗਲੇ ਜਨਮ ਉੱਥੋਂ ਹੀ ਚੱਕੀ। ਮੈਂ ਇਹ ਦੱਸਿਆ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਆਪਣੇ ਪੇਰੈਂਟਸ ਚੂਜ਼ ਕਰਦੇ ਹਾਂ, ਫਿਰ ਸਾਨੂੰ ਪਤਾ ਹੁੰਦਾ ਕਿ ਅਸੀਂ ਆਪਣਾ ਇਹ ਕਰਨਾ ਇਸ ਤਰੀਕੇ ਦੇ ਨਾਲ ਕੱਟ ਕੇ ਆਉਣਾ ਹੈ। ਇੱਕ ਮੂਵੀ ਦੀ ਤਰ੍ਹਾਂ ਸਾਨੂੰ ਸਾਰਾ ਸਾਡੀ ਲਾਈਫ ਅੱਗੇ ਦਿਖ ਜਾਂਦੀ ਹੈ, ਪਰ ਇੱਥੇ ਆ ਕੇ ਤਾਂ ਅਸੀਂ ਸਭ ਭੁੱਲ ਜਾਂਦੇ ਹਾਂ। ਗੁਰੂ ਦੀ ਮਿਹਰ, ਗੁਰੂ ਦੀ ਰਹਿਮਤ ਨਾਲ ਹੀ ਅਸੀਂ ਕਰਮਾ ਕੱਟ ਸਕਦੇ ਹਾਂ। ਸਾਨੂੰ ਯਾਦ ਅੱਜ ਵੀ ਨਹੀਂ ਕੁਛ ਆਉਂਦਾ ਕਿ ਕੀ ਸਾਡਾ ਕਰਮਾ ਸੀ, ਉਹ ਕਿਸ ਤਰ੍ਹਾਂ ਨਾਲ ਹੈ ਕਿ ਉਹ ਸਾਡੀ ਐਕਸੈਪਟੈਂਸ। ਇਹ ਜਰਨੀ ਜਿਹੜੀ ਹੈ ਗੁਰੂ ਜੀ ਨੇ ਬੜੀ ਸਾਫ਼ ਸਿੱਧੀ ਜਰਨੀ ਹੈ ਸੰਗਤ ਜੀ। ਇਹਦੇ ਚ ਕੋਈ ਵੱਟ ਵਲ ਵਿੰਗ ਕੁਛ ਵੀ ਨਹੀਂ ਹੈ, ਇਹ ਸਿਰਫ ਤੇ ਸਿਰਫ ਸਾਡੇ ਬਣਾਏ ਹੋਏ। ਉਹਨਾਂ ਨੇ ਤਾਂ ਸਭ ਭਰਮਾਂ ਚੋਂ ਕੱਢਿਆ। ਕਦੇ ਕਦੇ ਗੁਰੂ ਜੀ ਨੇ ਕਹਿਣਾ ਕਿ ਆ ਕੇ ਦਬਾਓ ਤੇ ਹੱਥ ਜੂਠੇ ਹੋਏ ਲੱਗਣਾ, ਪਹਿਲਾਂ ਮੈਂ ਹੱਥ ਧੋ ਕੇ ਆਵਾਂ, ਪਰ ਗੁਰੂ ਜੀ ਤਾਂ ਜਾਣੀ ਜਾਣ ਸੀ, ਸਮਝਦੇ ਸੀ, ਕਹਿੰਦੇ ਨਹੀਂ ਤੂੰ ਦਬਾ। ਸਿਰਫ ਗੁਰੂ ਜੀ ਪੌਣੇ ਦਾ ਵਹਿਮ ਕਰਦੇ ਸੀ, ਜਿਵੇਂ ਕੁਆਟਰ ਕੋਈ ਟਾਈਮ ਹੁੰਦਾ ਨਾ, ਚੱਲਣਾ ਹੁੰਦਾ ਸੀ ਤਾਂ ਉਦੋਂ ਇਹ ਪੌਣਾ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਮੈਂ ਸੁਣਿਆ, ਇਹ ਮੈਂ ਕਿਹਾ ਸੰਗਤ ਜੀ, ਮਤਲਬ ਮੈਂ ਕਹਿ ਰਹੀ ਹਾਂ ਕਿਉਂਕਿ ਗੁਰੂ ਜੀ ਨੇ ਇਹ ਚੀਜ਼ ਮੈਂ ਉਹਨਾਂ ਦੇ ਮੁਖ ਚੋਂ ਸੁਣੀ ਹੈ। ਇੱਕ ਜੋ ਗੱਲਾਂ ਗੁਰੂ ਜੀ ਨੇ ਜਿਸ ਵੀ ਸੰਗਤ ਨੂੰ ਕਹੀਆਂ, ਇਹ ਸ਼ਾਇਦ ਉਸ ਸੰਗਤ ਲਈ ਹੀ ਹੋਣ। ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਤਾਂ ਸਾਰੀ ਸੰਗਤ ਲਈ ਹੋ ਗਈਆਂ, ਕਿਉਂਕਿ ਗੁਰੂ ਜੀ ਦੀ ਜਰਨੀ ਹਰ ਇੱਕ ਗੁਰੂ ਜੀ ਦੇ ਭਗਤ ਦੀ ਆਪਣੀ ਆਪਣੀ ਜਰਨੀ। ਅਸੀਂ ਉਹਨਾਂ ਦੀ ਸਤਸੰਗ ਕਿਉਂ ਕਰਾਇਆ ਗੁਰੂ ਜੀ ਨੇ ਸ਼ੁਰੂ? ਗੁਰੂ ਜੀ ਨੇ ਆਪਣੀ ਵਡਿਆਈ ਨਹੀਂ ਸੀ ਕਰਾਉਣੀ, ਗੁਰੂ ਜੀ ਵਡਿਆਈ ਕਰਾਉਣ ਲਈ ਸਤਸੰਗ ਨਹੀਂ ਸੀ ਕਰਦੇ, ਉਹ ਸਾਨੂੰ ਸਮਝਾਉਣ ਲਈ, ਉਹ ਸਾਨੂੰ ਇੱਕ ਗਿਆਨ ਦੇਣ ਲਈ ਸਤਸੰਗ ਕਰਾਉਂਦੇ। ਕਹਿੰਦੇ ਸੀ ਕਰਨ ਵਾਲੇ ਦਾ ਵੀ ਭਲਾ, ਸੁਣਨ ਵਾਲੇ ਦਾ ਵੀ। ਸੋ ਫਿਰ ਜਦੋਂ ਕਿਸੇ ਨੂੰ ਮੇਰੇ ਕੋਲ ਭੇਜਣਾ ਤੇ ਫਿਰ ਪੁੱਛਣਾ ਕੀ ਕਹਿੰਦੀ ਰਿੰਪਲ। ਫਿਰ ਕਦੇ ਕਿਸੇ ਕੋਈ ਪੰਜਾਬ ਤੋਂ ਆਇਆ ਹੁੰਦਾ, ਜਿਸ ਤਰ੍ਹਾਂ ਗੁਰਗਾਉਂ ਆਪਣੇ ਨਾਲ ਲੈ ਗਏ, ਉਹਨਾਂ ਨੇ ਪਹਿਲੇ ਹੀ ਕਿਹਾ ਸੀਗਾ ਕਿ ਤੁਹਾਨੂੰ ਤਾਂ ਮੈਂ ਦਿੱਲੀ ਲੈ ਜਾਣਾ ਹੈ। ਲੇਕਿਨ ਗੁਰੂ ਜੀ ਅੱਜ ਮੈਨੂੰ ਸਮਝ ਆਉਂਦੀ ਹੈ ਕਿ ਗੁਰੂ ਜੀ ਦਿੱਲੀ ਕਿਉਂ ਲੈ ਕੇ ਗਏ, ਸਾਡੇ ਤੋਂ ਕੀ ਕਰਾਉਣਾ ਸੀ ਗੁਰੂ ਜੀ ਨੇ, ਪਰ ਆਪਣੇ ਨਾਲ ਰੱਖਣਾ ਸੀ,
ਅੱਜ ਵਾਪਸ ਫਾਰਮ ਹਾਊਸ ਦੇ ਗੋਬਿੰਦਗੜ੍ਹ ਇੱਥੇ ਭੇਜ ਦਿੱਤਾ ਵਾਪਸ ਗੁਰੂ ਜੀ ਨੇ। ਚਲੋ ਹੈਡਕੁਆਟਰ ਜੋ ਟੈਲੀਪੈਥਿਕਲੀ ਗੁਰੂ ਜੀ ਨੇ ਆਪਦੇ ਕੋਲ ਖੜੇ ਹੋ ਕੇ ਗੁਰੂ ਜੀ ਨੇ ਟੈਲੀਪੈਥੀ ਸਿਖਾਈ। ਸਭ ਤੋਂ ਪਹਿਲਾਂ ਤਾਂ ਜਲੰਧਰ ਜਦੋਂ ਇੱਥੋਂ ਜਾਣਾ, ਉਦੋਂ ਫੋਨ ਵੀ ਨਹੀਂ ਸੀ ਹੁੰਦੇ ਸੰਗਤ ਜੀ। ਉਦੋਂ ਅਗਰ ਆਸਨ ਤੇ ਅੱਖਾਂ ਬੰਦ ਕਰਕੇ ਦੇਖਣਾ ਕਿ ਆਸਨ ਤੇ ਗੁਰੂ ਜੀ ਹੈ ਜਾਂ ਨਹੀਂ ਹੈ। ਅਗਰ ਗੁਰੂ ਜੀ ਆਸਨ ਤੇ ਹੁੰਦੇ ਸੀ ਤਾਂ ਉਸ ਦਿਨ ਗੁਰੂ ਜੀ ਦੇ ਦਰਸ਼ਨ ਹੁੰਦੇ ਸੀ। ਅਗਰ ਨਹੀਂ ਖਾਲੀ ਆਸਨ ਦਿਖਦਾ ਸੀ ਤਾਂ ਉਸ ਦਿਨ ਗੁਰੂ ਜੀ ਕਿਤੇ ਗਏ ਹੁੰਦੇ ਸੀ। ਬੜੀ ਸਿੰਪਲ ਲਾਈਫ। ਉਹ ਕਹਿੰਦੇ ਸੀ ਐਸ਼ ਕਰੋ। ਉਹ ਸਭ ਨੂੰ ਕਿਉਂ ਕਹਿੰਦੇ ਸੀ? ਐਸ਼ ਦਾ ਮਤਲਬ ਇਹ ਹੈ ਗੁਰੂ ਦੇ ਕੋਲੇ ਆ ਕੇ ਗੁਰੂ ਤੇ ਸਭ ਕੁਝ ਛੱਡ ਕੇ ਕੋਈ ਚਿੰਤਾ ਨਾ ਕਰੋ, ਐਸ਼ ਕਰੋ। ਐਸ਼ ਕਰਨ ਦਾ ਮਤਲਬ ਹੁੰਦਾ ਹੈ ਐਕਸੈਪਟੈਂਸ। ਅਸੀਂ ਕਲਯੁਗੀ ਜੀਵਨ, ਐਕਸੈਪਟੈਂਸ ਬਹੁਤ ਬਹੁਤ ਮੁਸ਼ਕਿਲ ਹੈ। ਬਹੁਤ ਜ਼ਿਆਦਾ ਵੱਡੇ ਇਮਤਿਹਾਨ ਹੈ ਗੁਰੂ ਜੀ ਦੇ ਨਾਲ। ਉਹ ਇਮਤਿਹਾਨ ਸਾਡੇ ਲਈ ਹੈ ਕਿਉਂਕਿ ਗੁਰੂ ਜੀ 80% 70% ਸਾਡੇ ਕਰਮਾਂ ਕੱਟਦੇ ਹੈ, ਪਰ ਜਿਹੜੇ ਸਾਡੇ ਹਿੱਸੇ ਚ ਆਉਂਦੇ ਹੈ ਉਹ ਵੀ ਸਾਡੇ ਲਈ ਕਿੰਨੇ ਮੁਸ਼ਕਿਲ ਹੁੰਦੇ। ਸਾਡੇ ਤਾਂ ਉਹ ਵੀ ਕੱਟਣੇ ਮੁਸ਼ਕਿਲ। ਇੱਕ ਦਫਾ ਗੁਰੂ ਜੀ ਨੂੰ ਬੜੀ ਦਰਦ ਹੋ ਰਹੀ ਸੀ ਤਾਂ ਕਿਸੇ ਭਗਤ ਨੇ ਕਿਹਾ ਗੁਰੂ ਜੀ ਜੇ ਮੈਂ ਥੋੜੀ ਜਿਹੀ ਤੁਹਾਡੀ ਦਰਦ ਮੈਂ ਲੈ ਸਕਾਂ। ਥੋੜੀ ਦੇਰ ਬਾਅਦ ਉਹਨਾਂ ਦੀਆਂ ਚੀਕਾਂ ਨਿਕਲਣ ਲੱਗ ਗਈਆਂ ਤਾਂ ਗੁਰੂ ਜੀ ਕਹਿੰਦੇ ਤੁਸੀਂ ਤਾਂ 1% ਵੀ ਨਹੀਂ ਲੈ ਸਕਦੇ ਜੋ ਮੈਂ ਤੁਹਾਡੇ ਲਈ ਕਰ। ਇਹ ਸਭ ਗੱਲਾਂ ਦੇ ਨਾਲ ਸੰਗਤ ਜੀ ਅੱਜ ਮੈਂ ਪੁੱਛਦੀ ਹਾਂ ਅਸੀਂ ਗੁਰੂ ਜੀ ਲਈ ਕੀ ਕਰ ਰਹੇ ਹਾਂ। ਇੱਕ ਦਫਾ ਗੁਰੂ ਜੀ ਕਹਿੰਦੇ ਲੋਗਾ ਰਾਮ ਖਿਲੌਣਾ ਜਾਣਾ। ਸੰਗਤ ਬਹੁਤ ਹੋਗੀ, ਭਗਤ ਥੋੜੇ ਹੋਣਗੇ। ਗੁਰੂ ਜੀ ਅੱਗੇ ਹਮੇਸ਼ਾ ਅਰਦਾਸ ਕਰੋ ਆਪਦੇ ਭਗਤਾਂ ਦੇ ਵਿੱਚ ਸਾਡੀ ਗਿਣਤੀ ਕਰਿਓ। ਗੁਰੂ ਜੀ ਆਪਣੇ ਤੋਂ ਦੂਰ ਇੱਕ ਪਲ ਇੱਕ ਛਿਣ ਲਈ ਵੀ ਆਪਣੇ ਤੋਂ ਦੂਰ ਨਾ ਕਰੋ। ਡਿਵਾਈਨ ਪ੍ਰਸ਼ਾਦ ਦਿੱਤੇ ਗੁਰੂ ਜੀ ਨੇ। ਅੱਛਾ ਗੁਰੂ ਜੀ ਨੂੰ ਸੰਗਤ ਜੀ ਹਮੇਸ਼ਾ ਉਹਨਾਂ ਨੂੰ ਉਹ ਆਪ ਸ਼ੌਕੀਨ ਸੀ। ਉਹਨਾਂ ਨੂੰ ਹਮੇਸ਼ਾ ਅੱਛਾ ਲੱਗਦਾ ਸੀ ਸੰਗਤ अच्छा मतलब सोने कपड़े पहन के आवे, सोना सारा कुछ करके आवे। क्योंकि वो कहते सी जदों तुसी तैयार होने हो, ਉਹਦਾ ਵੀ ਇੱਕ ਮਤਲਬ ਸੀ ਸੰਗਤ ਜੀ। ਜਦੋਂ ਤੁਸੀਂ ਤਿਆਰ ਹੋਣੇ ਹੋ ਤੁਹਾਡੇ ਅੰਦਰੋਂ ਇੱਕ ਖੁਸ਼ੀ ਮਿਲਦੀ ਹੈ। ਹਮੇਸ਼ਾ ਤੁਸੀਂ ਇਹ ਦੇਖਿਓ ਜਦੋਂ ਤੁਸੀਂ ਨਹੀਂ ਤਿਆਰ ਹੋਵੋਗੇ ਇਸ ਤਰ੍ਹਾਂ ਹੀ ਉੱਠ ਕੇ ਚੱਲ ਪੋਗੇ। दूसरे दिन तुसी तैयार हो जाओ, तैयार होके निकलो, तुसी डिफरेंस अपने आप ही देख लो। वो हमेशा अपनी संगत में चाहते सी खुश रहे, प्यार करे। पर माफ करना संगत जी आजकल कंपटीशन हो गए, दिखावे हो गए। संगत जी गुरु जी ने जिहड़े संगत दे नाल अज तो 25-28 साल पहला जोड़िया, अज उन्हां दे नाल कनैक्शन इन्ने स्ट्रॉन्ग है। असीं गल करिए चाहे ना करिए, पर अगर असीं मिलदे हां तां एक सेकंड दे विच असीं एक दूसरे नाल कनैक्ट कर लैंदे। ये रिश्ते किसी मतलब दे नहीं, अनकंडीशनल रिश्ते। सब तो वड्डी गल गुरु जी ने जिहड़ियां 3 चीज़ां वो कहंदे सी संगत जी किस तरह गुरु जी का अगर आप लेगसी या आप ये सोचिए कि गुरु जी ने कदे प्रवचन क्यों नहीं कीते सी। उन्होंने क्या सी कनेक्ट करो। गुरु जी ने शुरू तो पहला अपने हथों नाल उदों कैसेट्स होंदियां सी। गुरु जी कीर्तन लगाते सी, हमेशा गुरबाणी कीर्तन ही गुरु जी के दर ते लगा। लंगर के टाइम ते गुरु जी फिर कोई सूफी या पंजाबी पुराने जिस तरह ट्रेडिशनल इहो जिहियां चीज़ां लगा लैंदे सी। कार च जांदे होना उन्हां दे नाल उत्थे सूफी या पंजाबी सो उत्थे आपदी मर्जी नाल जो मर्जी लगो, पर जो सत्संग जिन्नी देर सिर्फ ते सिर्फ गुरबाणी कीर्तन गुरु जी ने ब्लैस की,
ਉਹਦਾ ਮਤਲਬ ਕੀ ਸੀ? ਅੱਛਾ ਗੁਰੂ ਜੀ ਇੱਕ ਵੋਲਿਊਮ ਬਹੁਤ ਉੱਚੀ ਕਰਦੇ ਸੀ, ਉਹਦਾ ਮਤਲਬ ਇਹ ਕਿ ਸਾਡਾ ਧਿਆਨ ਕਿਤੇ ਹੋਰ ਨਾ ਜਾਵੇ, ਸਾਡਾ ਗੁਰਬਾਣੀ ਕੀਰਤਨ 'ਚ ਹੀ ਧਿਆਨ ਰਹੇ। ਉਹਦੀ ਵਰਡਿੰਗ ਬਹੁਤ ਸਿੰਪਲ ਹੁੰਦੀ ਸੀ, ਕਹਿੰਦੇ ਨਹੀਂ ਵੀ ਸਮਝ ਆਉਂਦੀ ਤਾਂ ਵੀ ਸੁਣੋ। ਉਹਦੇ ਵਿੱਚੋਂ ਬਹੁਤ ਸਾਰੇ ਆਨਸਰ ਮਿਲਦੇ ਸੀ ਜਿਹਦੇ ਰਸਤੇ ਬਿਲਕੁਲ ਸਿੱਧਾ। ਕਹਿੰਦੇ ਈਗੋ ਨੂੰ ਦੇਖੋ, ਸਭ ਨਾਲ ਪਿਆਰ ਕਰੋ। ਗੁਰੂ ਜੀ ਦੇ ਰਸਤੇ ਬੜੇ ਸਿੱਧੇ ਬਟ ਬੜੇ ਮੁਸ਼ਕਿਲ ਹੈ, ਕਿਉਂਕਿ ਅਸੀਂ ਇਹ ਜਿਹੜੀਆਂ ਸਿੰਪਲ ਚੀਜ਼ਾਂ ਨਾ ਸਮਝੀਆਂ, ਇਹ ਵੀ ਮੁਸ਼ਕਿਲ ਹੈ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਅਸੀਂ ਤਾਂ ਬਹੁਤ ਜਲਦੀ ਜਜਮੈਂਟਲ ਹੋ ਜਾਂਦੇ ਹਾਂ ਕਿ ਉਹ ਵੀ ਬੁਰਾ ਹੈ, ਉਹ ਵੀ ਬੁਰਾ ਹੈ, ਉਹ ਵੀ ਬੁਰਾ ਹੈ। ਇਹਦੇ ਵਿੱਚ ਗੁਰੂ ਜੀ ਨੇ ਕਿਹਾ ਸਫਾਈ ਸਿਰਫ ਤੁਸੀਂ ਆਪਣੀ ਕਰਨੀ ਹੈ, ਅਗਲਾ ਜੋ ਕਰ ਰਿਹਾ ਉਹਨੂੰ ਕਰਨ ਦਿਓ। ਅਗਰ ਕੋਈ ਕਰਮ ਕਿਸ ਤਰ੍ਹਾਂ ਘਟਾਉਂਦੇ ਆ, ਕਿਉਂਕਿ ਉਹ ਇਨਸਾਨਾਂ ਦੇ ਵੀ ਤਾਂ ਆਪਸ ਵਿੱਚ ਕਰਮ ਹੈ ਨਾ, ਚਾਹੇ ਕੋਈ ਘਰ ਦਾ ਮੈਂਬਰ ਹੋਵੇ, ਚਾਹੇ ਕੋਈ ਬਾਹਰਲਾ ਹੋਵੇ। ਅਗਰ ਕੋਈ ਤੁਹਾਨੂੰ ਬਹੁਤ ਜ਼ਿਆਦਾ ਹਰਟ ਕਰਦੇ, ਗੁਰੂ ਜੀ ਕਹਿੰਦੇ ਜੋ ਤੁਸੀਂ ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੇ ਹੋ ਉਸ ਟਾਈਮ ਤੇ, ਕੋਈ ਕੰਮ ਖਰਾਬ ਹੋ ਜਾਂਦਾ ਹੈ, ਕੋਈ ਸਾਡਾ ਬਿਜ਼ਨਸ ਨਹੀਂ ਠੀਕ ਰਹਿੰਦਾ, ਜਾਂ ਕੋਈ ਵੀ ਸਾਨੂੰ ਤਕਲੀਫ ਹੁੰਦੀ ਹੈ ਜਿਹੜੀ ਕਿ ਅਸੀਂ ਆਪਣੀ ਬੋਡੀ ਤੇ ਲੈ ਲੈਂਦੇ ਹਾਂ, ਜਾਂ ਮਾਈਂਡ ਤੇ ਲੈ ਲੈਂਦੇ ਹਾਂ, ਜਾਂ ਆਪਣੀ ਅਸੀਂ ਸੋਲ ਤੇ ਲੈ ਲੈਂਦੇ ਹਾਂ। ਉਹ ਦਰਦ ਦੇ ਕੇ ਕੀ ਪਤਾ ਸਾਡੀ ਉਸ ਚੀਜ਼ ਦੀ ਜਰਨੀ ਜਿਹੜੀ ਹੈ ਉਹ ਸਾਡੀ ਇੱਕ ਸਟੈਪ ਉੱਪਰ ਹੁੰਦੀ ਹੈ। ਸੋ ਹਮੇਸ਼ਾ ਜਿਹੜਾ ਤੁਹਾਨੂੰ ਹਰਟ ਕਰਦਾ ਉਹਦਾ ਥੈਂਕ ਯੂ ਕਰੋ, ਅਤੇ ਉਹਨੂੰ ਗਲਤ ਨਾ ਜਾਣੋ ਕਿ ਇਹ ਬੰਦਾ ਤਾਂ ਮੇਰਾ ਦੁਸ਼ਮਣ ਹੈ। ਕੋਈ ਦੁਸ਼ਮਣ ਨਹੀਂ, ਮੈਨੇਜਮੈਂਟ ਕਰਨੀ ਹੈ। ਉਹ ਗੁਰੂ ਜੀ ਨੇ ਸਾਨੂੰ ਆਪਣੇ ਤਰੀਕੇ ਦੱਸੇ ਹੈ, ਬਟ ਮੈਨੇਜਮੈਂਟ ਸੰਗਤ ਜੀ ਅਸੀਂ ਕਰਨੀ ਹੈ। ਕਹਿੰਦੇ ਨਾ ਜਿਹਦੇ ਨਾਲ ਨਫ਼ਰਤ ਹੈ ਉਹਨੂੰ ਵੀ ਕਹੋ, ਉਹਨੂੰ ਵੀ ਆਪਣੇ ਮਨ 'ਚ ਕਹੋ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ। ਤੁਸੀਂ ਥੋੜੇ ਦਿਨਾਂ ਬਾਅਦ ਉਸ ਐਟੀਟਿਊਡ ਹੀ ਦੇਖਿਓ ਕਿਸ ਤਰ੍ਹਾਂ ਚੇਂਜ ਹੋ ਜਾਊਗਾ, ਕਿਉਂਕਿ ਫਿਰ ਨਾ ਕੋਈ ਵੈਰੀ ਨਾ ਕੋਈ ਮਿੱਤਰ। ਕਈ ਮਿੱਤਰ ਬਣ ਕੇ ਵੀ ਤੁਹਾਨੂੰ ਹਰਟ ਬਹੁਤ ਜ਼ਿਆਦਾ ਕਰ ਜਾਂਦੇ। ਇਸ ਜ਼ਿੰਦਗੀ ਦੇ ਜਿਉਣ ਦਾ ਇੱਕ ਤਰੀਕਾ ਹੈ ਜੋ ਗੁਰੂ ਨੇ ਸਿਖਾਇਆ ਹੈ। ਉਹਨਾਂ ਨੇ ਬੈਠ ਕੇ ਕੋਈ ਆਪਾਂ ਨੂੰ ਨੋਟਸ ਨਹੀਂ ਦਿੱਤੇ, ਪਰ ਸਾਨੂੰ ਗੁਰੂ ਜੀ ਨੇ ਜ਼ਿੰਦਗੀ ਜਿਉਣੀ ਸਿਖਾਈ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਕਿਸੇ ਨੂੰ ਕਦੇ ਬੁਰਾ ਨਾ ਹੋ, ਕਦੇ ਜਜਮੈਂਟਲ ਨਾ ਹੋ। ਅਗਲੇ ਦੀ ਕੋਈ ਮਜਬੂਰੀ ਵੀ ਹੋ ਸਕਦੀ ਹੈ, ਸ਼ਾਇਦ ਉਹਦੀ ਸਾਈਡ ਦੀ ਗੱਲ ਕੁਛ ਹੋਰ ਹੋਵੇ, ਸਾਨੂੰ ਗਲਤ ਲੱਗਦੀ ਹੈ। ਮਨ ਹੋਵੇ ਚੰਗਾ ਤਾਂ ਨਲਕੇ ਦਾ ਪਾਣੀ ਵੀ ਗੰਗਾ। ਅਗਰ ਸਾਡਾ ਮਨ ਚੰਗਾ ਹੈ, ਕਿਉਂਕਿ ਸਭ ਕੁਝ ਸਾਡੇ ਅੰਦਰ ਹੈ, ਰੱਬ ਤਾਂ ਸਾਡੇ ਅੰਦਰ ਵਾਸਤਾ ਹੈ। ਉਹ ਜੋਤ ਜੋ ਲਾਈਟ ਗੁਰੂ ਨੇ ਦਿਖਾਈ, ਉਹ ਲਾਈਟ ਤਾਂ ਸਾਡੇ ਅੰਦਰ ਹੈ। ਆਪਦੇ ਅੰਦਰ ਝਾਕ ਕੇ ਤਾਂ ਦੇਖੋ, ਤੁਹਾਨੂੰ ਅੰਦਰ ਆਪਣੇ ਅੰਦਰ ਤੁਸੀਂ ਇੰਨਾ ਡੂੰਘਾ ਜਾ ਸਕਦੇ ਹੋ ਸੰਗਤ ਜੀ, ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਸੀਂ ਆਪਣੇ ਅੰਦਰ ਦੀ ਜਰਨੀ ਅਗਰ ਕਰਨ ਲੱਗ ਜਾਓ। ਅਗਰ ਗੁਰੂ ਜੀ ਆਪਣੇ ਮਤਲਬ ਗੁਰੂ ਜੀ ਨੂੰ ਨਾਲ ਲੈ ਕੇ, ਕਿਉਂਕਿ ਗੁਰੂ ਜੀ ਉਹ ਇੱਕ ਕਹਿੰਦੇ ਸੀ ਨਾ ਮੈਂ ਲਾਈਟ ਹਾਂ, ਸਾਡੀ ਸੋਲ ਕੀ ਹੈ, ਸਾਡੀ ਸੋਲ ਲਾਈਟ ਹੈ। ਉਹ ਜਦੋਂ ਲਾਈਟ ਦੇ ਨਾਲ ਸਾਡੀ ਸੋਲ ਉਸ ਲਾਈਟ ਨਾਲ ਮਿਲਦੀ ਹੈ, ਅਸਲੀ ਤਾਂ ਉਹ ਹੀ ਹੈ ਸੰਗਤ ਜੀ। ਅਗਰ ਮਨ ਸਾਫ਼ ਨਹੀਂ ਹੈ, ਅਸੀਂ ਲੋਕਾਂ ਨੇ ਹਮੇਸ਼ਾ ਬੁਰਾ ਚਾਹੁੰਦੇ ਹਾਂ, ਕਿਸੇ ਦਾ ਬੁਰਾ ਕਰਦੇ ਹਾਂ, ਜਾਂ ਕਿਸੇ ਰੈਟ ਰੇਸ ਚੱਲ ਕੇ ਉਹਨੂੰ ਪਿੱਛੇ ਛੱਡਣਾ ਹੈ, ਇਹ ਕਰਨਾ ਹੈ, ਤਾਂ ਫਿਰ ਬੇਸ਼ੱਕ ਤੁਸੀਂ ਗੁਰਦੁਆਰੇ ਸਰੋਵਰ 'ਚ ਇਸ਼ਨਾਨ ਕਰ ਲਓ, ਬੇਸ਼ੱਕ ਗੰਗਾ 'ਚ ਨਹਾ ਲਓ, ਉਹ ਮੈਲ ਨਹੀਂ ਹੋ ਸਕਦਾ। ਕਿੰਨਾ ਸਿੰਪਲ ਤਰੀਕਾ ਹੈ, ਮਨ ਹੋਵੇ ਚੰਗਾ ਤਾਂ ਨਲਕੇ ਦਾ ਪਾਣੀ ਵੀ ਗੰਗਾ। ਗੁਰੂ ਜੀ ਕਹਿੰਦੇ ਸੀ ਭਟਕਣ ਦੀ ਜ਼ਰੂਰਤ ਨਹੀਂ ਹੈ, ਜਿੱਥੇ ਬੈਠੇ ਹੋ ਤੁਸੀਂ ਉੱਥੇ ਹੀ, ਚਾਹੇ ਸਫ਼ਰ ਕਰ ਰਹੇ ਹੋ। ਅੱਛਾ ਗੁਰੂ ਜੀ ਨੇ ਤਾਂ ਇੱਕ ਦਿਨ
ਇਹ ਵੀ ਭਰਮ ਕੱਢ ਦਿੱਤਾ, ਕਹਿੰਦੇ ਬਾਥਰੂਮ ਚ ਨਾ ਤੁਸੀਂ ਪੌੜ ਤੇ ਬੈਠੇ ਹੋ ਤਾਂ ਵੀ ਓਮ ਨਮੋ ਸ਼ਿਵਾਏ। ਮਤਲਬ ਇੰਨਾ ਭਰਮ ਕੱਟਿਆ ਗੁਰੂ ਨੇ, ਇੰਨਾ ਭਰਮ ਕੱਟਿਆ। ਪਰ ਅਸੀਂ ਫਿਰ ਕਿੰਨੇ ਭਰਮਾਂ ਚ ਤਾਂ ਬੋਲ ਕੇ, ਮੈਂ ਆਪਣੇ ਕੰਨਾਂ ਨਾਲ ਹੀ ਗੱਲ ਸੁਣੀ। ਕਦੇ ਪੀਰੀਅਡਸ ਹੁੰਦੇ ਆ ਤਾਂ ਅਸੀਂ ਗੱਡੀ ਚ ਮੈਂ ਨਹੀਂ ਬੈਠਣਾ, ਮੈਂ ਸੋਚਣਾ ਵੀ ਮੈਂ ਨਹੀਂ। ਗੁਰੂ ਜੀ ਨੇ ਉਹਦਾ ਵੀ ਜਵਾਬ ਦਿੱਤਾ कि ये भी बड़ी प्योर चीज है। मूर्खों के हमदास जेडे बहस करते हैं या जेडे अपने आप को राइट प्रूव करने की कोशिश करते हैं, अगर बहस ना करो की जरूरत है। पर असी तो आधे आप को राइट प्रूव करने के चक्कर के विच ही बहुत कुछ कर जाते हैं। फिर संगत जी अजकल देखने को भी मिलता है, जिथे जिथे सत्संग होंदियां किन्ने किन्ने ग्रुप बने हुए हैं। ये की चीज है? एक ईगो ही तो है, कोई अलग अलग रूल नहीं है। गुरु जी दे तां इको ही गुरु दे नाल प्यार, सब गुरु नाल प्यार है, सब गुरु ही करते हैं। पर फिर कंपटीशन क्यों? गुरु जी तो कहते सी आप दिखावा करके नाम ना जपो। कोई अमृत वेला सत्संग गुरु जी ने कदे नहीं कही सी। गुरु जी ने तो ये क्या सी, अंदर वड़ के पाठ करो। जो शिव पुराण है वो तुसी आप पढ़नी, गुरु जी ने तुहानू पढ़न नूं दित्ती। कोई भी चीज है दिखावे तो गुरु जी ने बहुत दूर रखे। पर असी तो कंपटीशन हर चीज दे नाल है। गुरु जी ने सिंपल लंगर, जिन्ना सिंपल हो सके उन्ना सिंपल रखते सी। आप पिछों खांदे, पहला अपनी संगत नूं खवांदे सी। जदों संगत ने गुरु जी के चरणों च फुल्लां दी मत्था टेकना शुरू किया तो गुरु जी ने फुल्लां लई भी मना कि जेडे चरण विच मंदिर विच फुल आ गए फिर उन्होंने कित्थे लेके जाना, कित्थे उन्होंने वो कित्थे असी इहो जी पवित्र जगह हैगी है जिथे असी उन्होंने करते। पर अजकल तो जिथे देखो इन्ने ज्यादा ਇਹਦਾ भी गुरु जी ने, मैं तुहानू दसां संगत जी शेयर करा, मेरी बेटी की मैरिज सी, उस तो पहला मैं सोचा मैं संगत करा, मंच आया, सत्संग रखी। अच्छा मंच ये आया, गुरु जी ने टेलीपैथी जो सिखाते हैं दसते हैं, इशारे देंगे हैं। मैं ये दसती हूँ कि मैं कोई इशारा नहीं मनिया गुरु जी आया कि जिस तरह, क्योंकि सच पूछो तो संगत जी गोबिंदगढ़ ये मैं तो इनू हमेशा कहनी गुरु जी दी ब्लेस्ड जगह है। गुरु जी तुसीं मैनूं ये रहण लई दिता होया, मेरी जर्नी खत्म तो ये तुहाडा है, तुहानूं अर्पित। गुरु जी ने बहुत चरण पाए इत्थे संगत जी। जदों भी पंजाब च इधरली साइड आना पुरानी संगत नूं सबनूं पता है 3 बजे फिर सब संगत चाह प्रसाद ले रही है, सारे कमरिਆਂ ਦੇ ਵਿੱਚ कोई किथे है कोई किथे। जब गुरु जी एक दो दफा फॉर्मल कह लो सत्संग रखा बड़े सिंपल तरीके नाल, मैनूं वही आदेश होया कि बड़े सिंपल जिस तरह करदी सी उवें जिथे मेरा आसन हुंदा सी उत्थे ही आसन लगा। अच्छा दोनों जगह आसन हुंदा सी, मेरे ड्राइंग रूम च भी हुंदा सी, बाहर लॉन्च भी हुंदा सी। मैं सोचा कि चलो ज्यादा नहीं करदी, मैं शामियाने लगा ले। बैकड्रॉप तो मैं बना ही लवां, बैकड्रॉप फुल्लां दा बना लिया। मौसम देखिया संगत जी तो बारिश, बहुत थोड़ी बारिश उस टाइम तो पहला ही सी, इन्नी ज्यादा बारिश आई, इन्नी ज्यादा बारिश आई। अखीर दे विच जो संगत हुई तो वो ड्राइंग रूम दे विच जेड़े जिथे आके गुरु जी बैठते सी उसे जगह ते गुरु जी विराजमान हुए। कई दफा गुरु जी इत्थे आके चोला भी बदलते सी। उस दिन जेड़ा बाहर आसन सी वो चोला गिला हो गया, अंदर आके दोबारा आसन ते चोला रखिया। जो भी मैं डेकोरेशन ली रमाला साहब, क्योंकि एक आ भी दसा संगत जी जदों असी गुरु जी दा दे चोले उन्हां दे आसन ते रखते हैं, असी तो पहला ही वो आसन दे चोले रख के ਉਹਦੀ जगह में भर दिता। गुरु जी कितने बैठे संगत जी, कोई गुरु जी के चोलियां की जरूरत नहीं है। जदों असी बहुत ज्यादा डेकोरेशन करते तो साडा ध्यान तो ज्यादा डेकोरेशन च हुंदा, गुरु वाल तो नहीं हुंदा। बहुत
घट होंदा है, या लाइव जो कोई भी लाइव चल रहा होवे उदों साडा ध्यान लाइव जो भी कर रहे हैं उत्थे होंदा। सो ये मेरा ख्याल है संगत जी, ये मेरी सोच है जो मैंने गुरु जी ने सिखाया है, पढ़ाया है, ये मैं वो शेयर कर रही हूँ। मैं किसी को गलत नहीं कहती। और यकीन मानो संगत जी, डे 1 तो गुरु जी ने बहुत प्यार दिता, बहुत ज्यादा, बहुत पैम्पर किया, बहुत नाल रखे। पर हमेशा मैं ते करना असी गुरु जी के बैक बेंचर्स ही रहे हैं। गुरु जी हमेशा बैक बेंचर ही रहे। पॉलिटिक्स तो बहुत दूर रखा, क्योंकि उन्होंने जिथे भी जदों जदों महापुरुष आए, जदों पुरानी तुसी हिस्ट्री भी देख लो, उदों भी कुछ ना कुछ तो चलता ही सी। गुरु जी तो उन्होंने तो दूर रखना चाहते सी, पर वो भी कौन करता सी? वो भी संगत। गुरु जी ने तो कदे इनकरेज नहीं किया सी। गुरु जी इशारा देंदे हैं संगत जी, फिर वो साडा असी अपने दिमाग नाल सोचना भी असी वो करना है कि असी वो नहीं करना। एक गुरु जी के नाम ते बिजनेस या गुरु जी के नाम ते पैसे दी चीज़ां ना करो संगत जी, ये बहुत बहुत बड़ा है। तां गुरु जी कहते सी जिहदे तो असी सेवा लैंदे आ सानू ओहदे ग्रह गुरु जी कढदे सी। उस सिर्फ ग्रह कढण लई ही सेवा लैंदे सी। जदों एक जगह तो बेशक वो जलंधर तो एक मेरे सिस्टर नूं कहण लगे मेरी पैकिंग कर दे। पैकिंग की कराई, बॉक्सेस आपदा शेप वाला सामान, एक आधे ਇਹੋ ਜਿਹੀਆਂ ਇੱਕੋ ਚੀਜ਼ਾਂ ਗੁਰੂ ਜੀ ਨੇ ਪੈਕ ਕਰਵਾਈਆਂ ਜੋ ਸੀ ਸਭ ਉੱਥੇ ਹੀ ਛੱਡ ਕੇ ਫਿਰ ਚੰਡੀਗੜ੍ਹ ਆਏ। ਉੱਥੋਂ ਵੀ ਮਤਲਬ ਜੋ ਸੀਗਾ ਸਭ ਉੱਥੇ ਹੀ ਛੱਡ ਦਿੱਤਾ। ਗੁਰੂ ਜੀ ਤਾਂ ਕਦੇ ਕੁਛ ਨਾਲ ਨਹੀਂ ਸੀ ਲੈ ਕੇ, ਆਪਣੇ ਲਈ ਤਾਂ ਕਦੇ ਕੁਛ ਨਹੀਂ ਕੀਤਾ ਉਹਨਾਂ ਨੇ। ਪਰ ਇਹ ਸੰਗਤ ਜੀ ਉਹਨਾਂ ਦੇ ਨਾਮ ਦੇ ਬਿਜ਼ਨਸ ਬਲੈਸਿੰਗ ਲੋ। ਜੀ ਜੋ ਬਿਜ਼ਨਸ ਤੁਸੀਂ ਕਰਦੇ ਹੋ ਠੀਕ ਹੈ, ਉਹ ਤੁਸੀਂ ਉਹਨਾਂ ਤੋਂ ਬਲੈਸਿੰਗ ਲਓ। ਸੋ ਸੰਗਤ ਜੀ ਗੱਲਾਂ ਚੀਜ਼ਾਂ ਤਾਂ ਬਹੁਤ ਹੈ, ਬਾਕੀ ਜੋ ਗੁਰੂ ਜੀ ਦਾ ਹੁਕਮ ਜਿਸ ਤਰ੍ਹਾਂ ਨਮਸਕਾਰ ਉਹ ਸਿਰਫ ਜੋ ਗੁਰੂ ਜੀ ਨੇ ਤੁਹਾਨੂੰ ਹੁਕਮ ਕੀਤਾ ਉਹ ਸਿਰਫ ਤੁਹਾਡੇ ਲਈ ਹੈ। ਦੂਸਰਾ ਇਹ ਹੈ ਗੁਰੂ ਜੀ ਨੂੰ ਜੋ ਵੀ ਗੁਰੂ ਜੀ ਨੂੰ ਦੇ ਨਾਲ ਕਨੈਕਟ ਕਰਨਾ ਹੈ, ਗੁਰੂ ਜੀ ਦੇ ਨਾਲ ਸਿੱਧਾ ਕਨੈਕਟ ਕਰੋ, ਕੋਈ ਵਾਇਆ ਨਹੀਂ ਹੈ। ਤੁਸੀਂ ਆਪਦੇ ਰੂਮ ਚ ਆਪਦੇ ਜਿੱਥੇ ਮਰਜ਼ੀ ਬੈਠ ਕੇ ਜਦੋਂ ਇੱਕ ਸਪੈਸ਼ਲ ਅਗਰ ਜਗ੍ਹਾ ਤੇ ਬੈਠ ਕੇ ਕਈ ਦਫਾ ਹੁੰਦਾ ਇਹ ਦੇਖਣਾ ਕਿ ਸਾਡਾ ਧਿਆਨ ਕਿੱਥੇ ਲੱਗ ਸਕਦਾ। ਮੰਦਿਰ ਹੈ ਗੁਰੂ ਜੀ ਦਾ, ਬੇਸ਼ੱਕ ਉੱਥੇ ਸੀ। ਇਹ ਸਭ ਤੋਂ ਪਹਿਲਾਂ ਤਾਂ ਗੁਰੂ ਜੀ ਦੇ ਨਾਲ ਮੈਂ ਤੁਹਾਨੂੰ ਦੱਸਾਂ ਇਹ ਗੁਰੂ ਜੀ ਨੇ ਇਹ ਚੀਜ਼ ਸਿਖਾਈ। ਤੁਸੀਂ ਕਿਹਾ ਤਾਂ ਮੈਂ ਦੱਸਦੀ ਹਾਂ। ਗੁਰੂ ਜੀ ਕਹਿੰਦੇ ਸੀਗੇ ਲੋਕ ਮੇਰੀ ਫੋਟੋ ਨਾਲ ਗੱਲਾਂ ਕਰਨਗੇ। ਆਪਣੇ ਆਪ ਨੂੰ ਗੁਰੂ ਜੀ ਦੇ ਨਾਲ ਕਨੈਕਟ ਕਰਨ ਵਾਸਤੇ ਕੋਈ ਸਾਨੂੰ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ ਸੰਗਤ ਜੀ। ਗੁਰੂ ਜੀ ਕਹਿੰਦੇ ਸੀ ਗੁਰੂ ਜੀ ਤਾਂ ਬਿਨ ਬੋਲਿਆ ਸਭ ਕੁਛ ਜਾਣਦਾ ਕਿ ਸਾਗੇ ਪਿੱਛੇ ਅਰਦਾਸ। ਗੁਰੂ ਜੀ ਨੇ ਉਦੋਂ ਵੀ ਸੰਗਤ ਨੂੰ ਇਹੀ ਸਿਖਾਇਆ ਕਿ ਆਪਣੇ ਮਨ ਦੇ ਵਿੱਚ ਗੁਰੂ ਤਾਂ ਸਾਡੇ ਮਨ ਦੀ ਪੜ੍ਹ ਲੈਂਦੇ ਸੀ। ਸੰਗਤ ਜੀ ਤੁਸੀਂ ਗੁਰੂ ਜੀ ਨਾਲ ਕਨੈਕਟ ਕਰਨ ਵਾਸਤੇ ਸਭ ਤੋਂ ਪਹਿਲਾਂ ਤਾਂ ਜੋ ਮੇਰੇ ਮਦਰ ਨੂੰ ਗੁਰੂ ਜੀ ਨੇ ਇੱਕ ਦਫਾ ਕਿਹਾ ਕਿ मैं अपने मदर तो नहीं सीखी बहुत सारिया चीज़ां। पहली सैटी आए तो मेरे मदर सी जलंधर की गल है, कह लगे कि तुसी दसो कि इन्हूं सिखाओ कि किस तरह कनैक्ट करिए। वही सीगा कि अखां बंद करके चौंकड़ी मार के बैठ जाओ ते ओहदे विच अपने ध्यान दे विच ही करना है कि तुसी गुरु जी का आसन सजा रहे हो, उहदे पर जो शीट है ਉਹਦੇ ਵਾਲ ਕੱਢ ਰਹੇ ਹੋ, ਫੁੱਲ ਲਗਾ ਰਹੇ ਹੋ। ਫਿਰ ਗੁਰੂ ਜੀ ਨੂੰ ਤੁਸੀਂ ਇਨਵਾਈਟ ਕਰਦੇ ਹੋ ਤੇ ਗੁਰੂ ਜੀ ਦੇ ਨਾਲ ਰੂਪ ਬੈਠ ਕੇ ਗੱਲਾਂ ਕਰੋ। ਬਹੁਤ ਸੌਖਾ ਤੇ ਬਹੁਤ ਸਿੰਪਲ ਹੈ। ਤੁਸੀਂ ਇਸ ਤਰੀਕੇ ਨਾਲ ਗੁਰੂ ਜੀ ਨਾਲ ਕਨੈਕਟ ਜ਼ਰੂਰੀ ਨਹੀਂ। ਅੱਛਾ ਗੁਰੂ ਜੀ ਨੇ ਹਮੇਸ਼ਾ ਕਿਹਾ ਕਿ ਘਰ ਘਰ ਸਤਸੰਗ ਹੋਗੀ। ਅੱਜ ਘਰ ਘਰ ਸਤਸੰਗ ਹੋ ਰਹੀ ਹੈ ਸੰਗਤ ਜੀ।
ਆਪਾਂ ਨੂੰ ਭਟਕਣ ਦੀ, ਗੁਰੂ ਜੀ ਕਹਿੰਦੇ ਸੀ ਬਾਹਰ ਜਾਣ ਦੀ, ਭਟਕਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਕਨੈਕਟ ਕਰਕੇ ਤਾਂ ਦੇਖੋ, ਤੁਹਾਨੂੰ ਮਤਲਬ ਗੁਰੂ ਜੀ ਦੇ ਨਾਲ ਤੁਸੀਂ ਕਿੱਥੇ ਤਾਈਂ, ਤਾਂ ਉਹ ਕਹਿੰਦੇ ਸੀ ਕਾਰ 'ਚ ਸਫ਼ਰ ਕਰਦੇ। ਇੱਕ ਦਫਾ ਮੈਂ ਗੁਰਗਾਉਂ ਤੋਂ ਪੰਜਾਬ ਇੱਥੇ ਫਾਰਮ ਹਾਊਸ ਤੇ ਆ ਰਹੀ ਸੀ, ਅੱਖਾਂ ਬੰਦ ਕੀਤੀਆਂ, ਮੈਨੂੰ ਇੱਕਦਮ ਕੀ ਹੋਇਆ ਕਿ ਮੈਂ ਸਤਸੰਗ, ਅਬ ਥੋੜੀ ਜਿਹੀ ਦੇਰ ਬਾਅਦ ਰਿਅਲਾਈਜ਼ ਕੀਤਾ ਕਿ ਮੈਂ ਸਤਸੰਗ ਕਰ ਰਹੀ ਹਾਂ। ਸਤਸੰਗ ਕਿਹਦੇ ਨਾਲ ਕਰ ਰਹੀ ਹਾਂ? ਗੁਰੂ ਜੀ ਨਾਲ ਕਰ। ਮੈਨੂੰ ਨਹੀਂ ਸੀ ਪਤਾ ਕਿ ਚੰਡੀਗੜ੍ਹ ਕੋਈ ਉਦੋਂ ਫੰਕਸ਼ਨ ਸੀ, ਉੱਥੇ ਜਾਣ ਦਾ ਮੌਕਾ ਮਿਲਿਆ, ਸੰਗਤ ਨੇ ਬੁਲਾਇਆ, ਉੱਥੇ ਸਤਸੰਗ ਕਰਨ ਦਾ ਹੁਕਮ ਮਿਲਿਆ। ਮੈਂ ਬੜੀ ਹੈਰਾਨ ਹੋਈ ਕਿ ਗੁਰੂ ਜੀ ਨੇ ਆਪਣੇ ਨਾਲ ਤਾਂ ਮੇਰੇ ਨਾਲ ਕਾਰ ਦੇ ਵਿੱਚ ਸਤਸੰਗ ਕਰਵਾਈ, ਤੇ ਮੇਰਾ ਕੋਈ ਇਸ ਤਰ੍ਹਾਂ ਦਾ ਕੋਈ ਪਲਾਨ ਵੀ ਨਹੀਂ ਸੀਗਾ, ਤੇ ਇੱਕਦਮ ਹੀ ਪਲਾਨ ਬਣਿਆ। ਇੱਕ ਸੰਗਤ ਜੀ, ਗੁਰੂ ਜੀ ਹਮੇਸ਼ਾ ਕਹਿੰਦੇ ਸੀ ਬਹੁਤ ਮਾੜਾ ਵਕਤ ਆ ਰਿਹਾ, ਅੱਜ ਉਹ ਮਾੜਾ ਵਕਤ, ਇਹ ਅਰਦਾਸ ਕਰੋ ਕਿ ਇਸ ਤੋਂ ਜ਼ਿਆਦਾ ਮਾੜਾ ਵਕਤ ਨਾ ਆਏ। ਅਰਦਾਸ ਸਾਰੀ ਸੰਗਤ ਦੀ ਹੋਵੇ। ਕਹਿੰਦੇ ਸੀ ਇਸ ਤਰ੍ਹਾਂ ਦਾ ਵਕਤ ਆਊਗਾ, ਬਹੁਤ ਡਾਇਵੋਰਸ ਹੋਣਗੇ, ਬਹੁਤ ਕੈਂਸਰ ਦੇ ਨਾਲ ਡੈਥਸ ਹੋਣਗੀਆਂ, ਇਹੋ ਜਿਹੀ ਬਿਮਾਰੀਆਂ ਹੋਣਗੀਆਂ ਜਿਹਦਾ ਕੋਈ ਇਲਾਜ ਨਹੀਂ ਹੋਣਾ। ਅੱਜ ਵਕਤ ਉਹੀ ਹੈ। ਕਹਿੰਦੇ ਗੁਪਤ ਦਾਨ ਕਰੋ ਤੇ ਗੁਪਤ ਪਾਠ ਕਰੋ। ਸਾਨੂੰ ਦਿਖਾਵਾ ਕਰਕੇ ਗੁਰੂ ਜੀ ਦੇ ਨਾਲ ਕਨੈਕਟ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਅੰਦਰ ਬੈਠ ਕੇ ਸਿੱਧਾ ਗੁਰੂ ਨਾਲ ਗੱਲਾਂ, ਕੀਰਤਨ ਲਗਾ ਕੇ ਕਰ ਸਕਦੇ ਹੋ, ਜਿਹਦੇ ਨਾਲ ਜਿਸ ਤਰ੍ਹਾਂ ਵੀ ਮਰਜ਼ੀ, ਸਿੰਪਲ ਗੁਰੂ ਜੀ ਦੇ ਫੋਟੋ ਦੇ ਅੱਗੇ ਬੈਠ ਕੇ ਉਹਨਾਂ ਨਾਲ ਰੂਬਰੂ ਗੱਲਾਂ ਕਰਕੇ ਵੀ ਕਨੈਕਟ ਕਰ ਸਕਦੇ ਹੋ। ਫਿਰ ਗੁਰੂ ਜੀ ਦੇ ਮੈਸੇजेस ਨੂੰ ਰਿਸੀਵ ਕਰਨਾ ਸਿੱਖੋ। ਉਹ ਰਿਸੀਵ ਨਹੀਂ ਕਰਨਾ ਜੋ ਕਿ ਅਸੀਂ ਸੁਣਨਾ ਚਾਹ ਰਹੇ ਹਾਂ, ਜਾਂ ਅਸੀਂ ਸੋਚਦੇ ਹਾਂ ਕਿ ਅਸੀਂ ਗੁਰੂ ਜੀ ਨੂੰ ਆਹ ਗੱਲ ਬੋਲੀਏ ਤੇ ਗੁਰੂ ਜੀ ਸਾਨੂੰ ਇਹ ਆਨਸਰ ਦੇਣ। ਆਪਣੀ ਮਰਜ਼ੀ ਦਾ ਨਹੀਂ, ਆਪਣੇ ਆਪ ਨੂੰ ਜ਼ੀਰੋ, ਸ਼ੂਨਯ, ਜਦੋਂ ਵੀ ਗੁਰੂ ਜੀ ਨਾਲ ਕਨੈਕਟ ਕਰਨਾ, ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਬਿਲਕੁਲ ਜ਼ੀਰੋ, ਸ਼ੂਨਯ ਕਰਨਾ। ਫਿਰ ਦੇਖੋ ਉਹਦੇ ਵਿੱਚ ਕੀ ਕੁਝ ਗੁਰੂ ਜੀ ਪਾਉਂਦੇ। ਜੋ ਦੂਸਰੀ ਚੀਜ਼ ਇਹ ਹੈ ਕਿ ਸੇਵਾ ਭਾਵ ਨਾਲ ਕਰੋ ਕਿ ਤੁਸੀਂ ਰੂਬਰੂ ਗੁਰੂ ਨੂੰ ਸਾਹਮਣੇ ਜਾ। ਗੁਰੂ ਜੀ ਬਹੁਤ ਜ਼ਿਆਦਾ ਸਫਾਈ ਪਸੰਦ ਸੀ, ਬਹੁਤ ਜ਼ਿਆਦਾ। ਸਭ ਸੰਗਤ ਨੂੰ ਪਤਾ ਹੈ, ਪੁਰਾਣੀ ਸੰਗਤ ਨੂੰ ਪਤਾ ਹੈ ਕਿ ਗੁਰੂ ਜੀ ਥੋੜੀ ਦੇਰ ਬਾਅਦ ਹੀ, ਮਤਲਬ ਜਿਸ ਤਰ੍ਹਾਂ ਦੇ ਨਾਲ ਕਿਸ ਤਰ੍ਹਾਂ ਸਫਾਈ ਕਰਾਉਂਦੇ ਸੀ। ਜਦੋਂ ਉਸ ਟਾਈਮ ਤੇ ਗੁਰੂ ਜੀ ਇੰਪਾਇਰ ਸਟੇਟ ਸੀ, ਲੰਗਰ ਬਣਦਾ ਸੀ, ਉੱਥੇ ਡੀਜੇ ਅੰਕਲ ਕਹਿੰਦੇ ਸੀ, ਅਸੀਂ ਤਾਂ ਬਹੁਤ ਪਿਆਰੇ ਅੰਕਲ ਆਂਟੀ, ਜਿਨ੍ਹਾਂ ਲੋਕ ਦੀ ਵੀ ਸੇਵਾ ਉਸ ਟਾਈਮ ਤੇ ਗੁਰੂ ਜੀ ਨੇ ਲਗਾਈ ਸੀ, ਉਹ ਸਾਰਾ ਕੁਝ ਧੋ ਕੇ ਉੱਥੇ ਇੱਕ ਵੀ ਗੱਲ ਨਹੀਂ ਸੀ ਹੁੰਦੀ। ਉੱਥੇ ਸਿਮਰਨ ਚੱਲਦਾ ਸੀ, ਪਾਠ ਹੁੰਦਾ ਸੀ, ਫਿਰ ਉੱਥੇ ਲੰਗਰ ਤਿਆਰ ਹੁੰਦਾ ਸੀ। ਸੋ ਗੁਰੂ ਜੀ ਦੇ ਨਾਲ ਜੋ ਵੀ ਸੇਵਾ ਹੈ 100% ਦੇ ਕੇ ਸੇਵਾ ਕਰੋ, ਉਹ ਸੇਵਾ ਦਾ ਤਾਂ ਫਲ। ਨਹੀਂ ਤਾਂ ਗੁਰੂ ਜੀ ਕਹਿੰਦੇ ਸੀ ਅਸੀਂ ਭੰਬਲ ਭੁੱਸੇ ਚ ਪਾਇਆ ਹੋਇਆ। ਗੁਰੂ ਜੀ ਦੇ ਇਮਤਿਹਾਨ, ਸੰਗਤ ਜੀ, ਜੇ ਮੈਂ ਆਪਦੀ ਲਾਈਫ ਦੇ ਇਮਤਿਹਾਨਾਂ ਤੇ ਵੀ ਬੁੱਕ ਲਿਖਣ ਲੱਗਾ ਨਾ, ਬਹੁਤ ਜ਼ਿਆਦਾ ਅੱਜ ਵੀ ਹਮੇਸ਼ਾ ਡਰ ਲੱਗਦਾ ਹੈ ਜਦੋਂ ਇਹ ਸੋਚੋ ਕਿ ਮੈਂ ਤਾਂ ਬਹੁਤ ਕਿਤੇ ਇੱਕ ਜਗ੍ਹਾ ਤੇ ਪਹੁੰਚ ਗਈ ਜਾਂ ਮੈਨੂੰ ਬਹੁਤ ਸਮਝ ਹੈ, ਉਦੋਂ ਇੱਕ ਇਹੋ ਜਿਹਾ ਝਟਕਾ ਲੱਗਦਾ ਹੈ। ਕਦੇ ਗਰੂਰ, ਮਾਨ, ਈਗੋ ਕਦੇ ਨਹੀਂ ਕਰਨਾ। ਨਿਮਰਤਾ ਜਿੰਨੀ ਹੋ ਸਕੇ, ਪਿਆਰ, ਸੇਵਾ ਭਾਵ, ਇਸ ਤਰੀਕੇ 100% ਦੇ ਕੇ ਗੁਰੂ। ਦੂਸਰੀ ਗੱਲ, ਗੁਰੂ ਜੀ ਇੱਕ ਦਫਾ ਬੈਠੇ ਸੀ, ਗੱਲਾਂ ਹੋ ਰਹੀਆਂ ਸੀ, ਗੁਰੂ ਜੀ ਕਹਿੰਦੇ ਅਸੀਂ ਮਿਹਰ ਵਾਪਸ ਵੀ ਲੈ ਲੈ। ਗੁਰੂ ਜੀ ਉਹ ਵਕਤ ਕਦੇ ਨਾ ਆਵੇ ਕਿ ਤੁਸੀਂ ਮਿਹਰ ਵਾਪਸ ਲਓ। ਇਹ ਤਾਂ ਜ਼ਿੰਦਗੀ ਹੈ ਹੀ ਤੁਹਾਡੀ ਦਿੱਤੀ, ਤੁਹਾਨੂੰ ਅਰਪਿਤ। ਇੱਕ ਦਫਾ ਗੁਰੂ ਜੀ ਚੋਲਾ ਛੱਡਣ ਤੋਂ ਥੋੜੀ ਦੇਰ ਪਹਿਲਾਂ ਬੁਲਾਇਆ, ਆਪਣੇ ਕੋਲ ਖੜਾ ਕੀਤਾ। ਮੈਨੂੰ ਕਹਿੰਦੇ ਤੈਨੂੰ ਕੀ ਪਤਾ ਮੈਂ ਤੇਰੇ ਕਿਹੜੇ ਕਿਹੜੇ ਗ੍ਰਹਿ ਠੀਕ ਕਰਦਾ। ਗੁਰੂ ਜੀ ਤਾਂ ਕਰਕੇ ਵੀ ਨਹੀਂ ਸੀ ਦੱਸਦੇ, ਉਹ ਸਾਡੇ ਲਈ ਕੀ ਕਰ ਰਹੇ ਹੈ ਉਹਨਾਂ ਨੇ ਕਦੇ ਸੰਗਤ ਨੂੰ ਜ਼ਾਹਰ ਵੀ ਨਹੀਂ ਸੀ ਕੀਤਾ। ਸੋ ਇਹ ਸਭ ਚੀਜ਼ਾਂ ਤੁਹਾਡੇ ਲਈ ਹੈ, ਤੁਸੀਂ ਇਸ ਚੀਜ਼ ਨੂੰ ਇੰਜੋਏ ਕਰੋ। ਉਹ ਫੋਟੋ ਤੇ ਇਹੋ ਜਿਹੀਆਂ ਚੀਜ਼ਾਂ, ਗੁਰੂ ਜੀ ਤਾਂ ਸੋਸ਼ਲ ਮੀਡੀਆ, ਇਹ ਤਾਂ ਸੋਨੀਆ ਜੀ ਤੁਹਾਨੂੰ ਪਤਾ ਹੈ, ਮੈਂ ਬੜੀ ਗੁਰੂ ਜੀ ਤੋਂ ਡਰ ਕੇ ਗੱਲ ਕਰਦੀ ਹਾਂ ਕਿ ਠੀਕ ਹੈ ਅੱਜ ਸ਼ਾਇਦ
सोशल मीडिया की संगत को सत्संग की जरूरत है, ताकि मतलब गुरु जी ने यह ड्यूटी लगाई है। अदरवाइज गुरु जी सोशल मीडिया उन्होंने तो मैनू खुद कहा कि फोन ना करया कर। अच्छा, कई दफा कई चीज़ां असी उन्होंने जरूरी नहीं है कि असी इन्ने भी नहीं हाँ कि असी सब गल्लां उन्हां दियां सुनदे हां या मनदे हां, पर कई दफा यह हुंदा ना फोन करते रहना। पर गुरु इन्ने मेहरबान कि उन्होंने अपने आप ही हौली हौली करके वो फोन छुड़ा दिते। हाँ, गिल्टी जरूर फील करेगा सी भी गुरु जी ने क्या ज्यादा फोन नहीं करने। ਉਹਦੇ ਚ ਕੀ ਹੁੰਦਾ ਹੈ, ਗੁਰੂ ਮਤਲਬ ਸੀ ਉਸ ਗੱਲ ਦਾ, ਉਹਦਾ ਇਹ ਸੀ ਕਿ ਜੋ ਤੁਹਾਡੀ ਪੋਜ਼ਿਟਿਵਿਟੀ ਹੈ ਉਹ ਤੁਹਾਡੇ ਕੋਲੋਂ ਚਲੀ ਜਾਂਦੀ ਹੈ। ਸੋ ਤੁਸੀਂ ਆਪਣੀ ਪੋਜ਼ਿਟਿਵਿਟੀ, ਹਜੇ ਅਸੀਂ ਇੰਨੇ ਵੀ ਕਾਬਿਲ ਨਹੀਂ ਹੈਗੇ ਕਿ ਅਸੀਂ ਆਪਦੀ ਚੀਜ਼ ਨੂੰ ਦੇਖ ਕੇ ਬਸ ਤਾਂ ਫਿਰ ਉਹ ਖਾਲੀ ਹੋ ਜਾਂਦੇ। ਸਾਨੂੰ ਉਹਨੂੰ ਆਪਦੇ ਜੋ ਨੈਗੇਟਿਵ ਸਾਡੇ ਅੰਦਰ ਚੀਜ਼ਾਂ ਆ ਜਾਂਦੀਆਂ, ਸਾਨੂੰ ਉਹਨਾਂ ਨੂੰ ਪੋਜ਼ਿਟਿਵ ਕਰਨ ਲਈ ਫਿਰ ਤੋਂ ਟਾਈਮ ਲੱਗਦਾ। ਸੋ ਗੁਰੂ ਜੀ ਨੇ ਤਾਂ ਫੋਨ ਜ਼ਿਆਦਾ ਕਰਨ ਨੂੰ ਵੀ ਮਨਾ ਕੀਤਾ ਸੀ, ਸੋਸ਼ਲ ਮੀਡੀਆ ਲਈ ਮਨਾ ਕੀਤਾ ਸੀ। ਸੋ ਇਸ ਲਈ ਇਹ ਚੀਜ਼ਾਂ ਦੇ ਵਿੱਚ ਦਿਖਾਵੇ ਦੀ ਜ਼ਰੂਰਤ ਨਹੀਂ ਹੈ ਸਮਝ। ਅੱਛਾ, ਇਹ ਵੀ ਦੇਖਦੇ ਹਾਂ ਗਰੁੱਪਸ ਬਣੇ ਹੋਏ ਆ ਬਹੁਤ ਜ਼ਿਆਦਾ। ਸੋ ਉਹਨਾਂ ਦੇ ਵਿੱਚ ਪਹਿਲੀ ਗੱਲ ਤਾਂ ਗਰੁੱਪਸ ਦੀ ਇਹ ਮੇਰਾ ਵੀ ਹੈ, अगर ग्रुप है तो सिर्फ वो किथे सत्संग हो रही है, की चीज है शेयर करने वास्ते। अगर किसी ने खास अपनी कोई जर्नी या खास अपनी कोई चीज शेयर करनी है वो जरूर शेयर करो। कदे कोई मतलब अगर एक ग्रुप बने भी हुए है, ये सिर्फ ये हैगा कि और कोई जरिया नहीं था ਉਹਦੇ ਤੋਂ ਇਹ ਪਤਾ ਲੱਗਦਾ ਹੋਊਗਾ ਕਿ ਸਤਸੰਗ ਕਿੱਥੇ ਹੋ ਰਿਹਾ ਹੈ ਜਾਂ ਕੀ ਹੈ। पर मैनू ਤਾਂ ਹਜੇ ਵੀ ਇਸ ਚੀਜ਼ ਦੇ ਮੈਂ ਹੱਕ ਵਿੱਚ ਨਹੀਂ ਹਾਂ ਤੇ ਨਾ ਮਤਲਬ ਅਗਰ ਕਨੈਕਟ ਕਰਕੇ ਕਦੇ ਗੁਰੂ ਜੀ ਦੇ ਨਾਲ ਦੇਖਿਆ ਜਾਵੇ ਤਾਂ ਕੀਤਾ ਜਾਵੇ ਤਾਂ ਉਹ ਮੈਨੂੰ ਉਹਦਾ ਕਦੇ ਉਹਨਾਂ ਦਾ ਪੋਜ਼ਿਟਿਵ ਆਨਸਰ ਨਹੀਂ ਮਿਲਦਾ ਕਿ ਇਹ ਗਰੁੱਪਸ ਹੋਣੇ ਚਾਹੀਦੇ ਹੈ। ਤੇ ਇਹ ਸਪੈਸ਼ਲੀ ਜਿਹੜੇ ਮਾਰਨਿੰਗ ਈਵਨਿੰਗ ਕਰਕੇ ਪਾਉਂਦੇ ਆ ਉਹ ਤਾਂ ਨਹੀਂ, ਕਿਉਂਕਿ ਗੁਰੂ ਜੀ ਨੇ ਤਾਂ ਇਹ ਚੀਜ਼ਾਂ ਇਹ ਤਾਂ ਸਾਡੀਆਂ ਸ਼ੁਰੂ ਕੀਤੀਆਂ ਹੋਈਆਂ ਨਾ ਜੋ ਗੁਰੂ ਜੀ ਨੇ। अच्छा, फिर ਉਹਦੇ ਚ वर्डिंग भी ਹੁੰਦੀ ਹੈ। ਕਦੇ ਗੁਰੂ ਜੀ ਨੇ ਉਹ ਵਾਲੀ वर्डिंग ਤਾਂ ਬੋਲੀ ਹੀ ਨਹੀਂ। ਉਹ ਲਿਖਦੇ ਆ ਤਾਂ ਗੁਰੂ ਵੱਲੋਂ ਹੋ ਕੇ ਲਿਖਦੇ ਆ, ਪਰ ਗੁਰੂ ਜੀ ਨੇ ਤਾਂ वर्डिंग ਕਦੇ ਬੋਲੀ ਹੀ ਨਹੀਂ ਜਿਹੜੀ ਉਸ ਦੇ ਵਿੱਚ ਹੁੰਦੀ ਹੈ। ਸੋ ਸੰਗਤ ਜੀ ਮੈਨੂੰ मतलब मैं इस चीज ਦੇ ਵਿੱਚ ਮੈਨੂੰ ਕੋਈ ਵੀ ਜ਼ਰੀਆ ਬੇਸ਼ੱਕ ਉਹ ਮੈਂ ਕੋਈ ਜ਼ਰੀਆ ਨਹੀਂ ਹੈ। ਗੁਰੂ ਹਾਂ ਗੁਰੂ ਦੇ ਨਾਲ ਸੰਗਤ ਜਿਹੜੇ ਪੁਰਾਣੀ ਸੰਗਤ ਹੈ ਉਹ ਵੀ ਗੁਰੂ ਦੇ ਨਾਲ संगत जोड़ती है, जोड़ भी रही है, पर गुरु की महिमा अपनी कोई महिमा नहीं, सिर्फ ते सिर्फ गुरु की महिमा। गुरु जी कहते सी संगत नूं लियाओ, संगत नूं जोड़ो। सो संगत नूं जोड़ना भी एक, क्योंकि जिन्हां ने गुरु जी के दर्शन किए हुए हैं, जिन्हां ने बहुत टाइम, मैं फिर गल करती है कि जलंधर टाइम तो ही मैं तो कनैक्ट करती हूँ गुरु जी के नाल, तो मैं जलंधर टाइम तो ही करती हूँ क्योंकि मैनू उत्थे ही ज्यादा मैं हमेशा कहनी हुई है जब वक्त दिता उदों वो समझ नहीं दिती, उदों तो असी एक लाइफ है ना जी वो एक जिस तरह कोई मतलब किस तरह दे नाल दसां कि हस खेड के उस जिंदगी नू मतलब काढ़ लिया, कदे डीप सोचा ही नहीं, कदे गुरु जी ने एक्चुअली गुरु जी ने ही नहीं सोचन दिता, पर जदों वक्त नहीं दिता अपने नाल उदों वो सारियां चीज़ां एक एक करके सामने आ गई। सच पूछो तो संगत जी मैनू उस तो पहला दी लाइफ की सी मेरी मैनू याद ही मैं कदे करन दी कोशिश नहीं करती। कोई गुरु जी कहंदे ना आपदा पुराना कर्मा कट्टो, क्योंकि पुराना नाल लेके चलते हैं फिर तो असी वो बैगेज भर के अगे नाल लेके जा रहे हैं। असी आपदे जो बैगेज इकट्ठे नहीं करना, असी इनू कटना है, असी इनू साफ करना है। सो संगत जी छोटिया छोटिया चीज़ां नहीं करनियां चाहिए, वड्डी सोच रखो, दायरे खुले आपकी सोच दे सिर्फ ते सिर्फ वो कहते ना जिस तरह तीर कमान
ਦੇ ਵਿੱਚ ਸਿਰਫ ਇੱਕ ਮੱਛੀ ਦੀ ਅੱਖ ਦੇ ਉੱਪਰ ਤੀਰ को मारना सी तो सिर्फ एक अख नजर आई। उस तरीके नाल सिर्फ ते सिर्फ एक गुरु नजर आना चाहिए। कोई कंपटीशन नहीं। एक मैनूं लगता है कदे कदे हो सकता है जिस तरह सोशल इनसिक्योरिटीज भी हुई हैं, मतलब आप सोशली लोगों को, क्योंकि जिन्ना दा कोई स्टेटस है या वो है ज्यादा तो ज्यादा सी बिजनेस के पॉइंट ऑफ व्यू दे नाल भी संगत दे नाल कनेक्ट करना चाह रहे हैं, पर वो ये तो बड़ी मतलब शॉर्ट चीज़ है, बहुत थोड़े टाइम ਲਈ ਹੈ। ਉਹਦਾ एंड रिजल्ट की होना किसी को भी नहीं पता। सो मैनू माफ करो, मैं किसी ਨੂੰ हम नहीं चंगे बुरा नहीं होए किसी बारे में कुछ नहीं कह सकती। मैं सिर्फ अपने लिए कह सकती हूँ जो मैं गुरु तो सीखी हाँ या गुरु ने मैनू डायरैक्ट वो चीज़ां दसियां, मैं सिर्फ उन्हां बारे दस सकती हूँ। बाकी जिस तरह जिन्हों ठीक लगता है अगे जर्नी तो वही है ना, गुरु लिखे जोखे तो सबके अपने अपने है ना गुरु दे। जिस तरह मेरी सिस्टर दे नाल ही होया। अच्छा ये चीज़ां जदों शुरू च गुरु जी, फिर कहूँगी पुराने संगत को पता है, गुरु जी पान दे पत्ते लगाते सी ब्लैस करके पाठ करके, फिर गुरु जी जल पियाते सी। एक दफा गुरु जी कहते जिदे ते निगाह पई उही ठीक हो जाना। यह नज़ारा आखूंगी जदों गुरु जी दे नाल 2 दफा जयपुर जाने का मौका मिला, उत्थे गुरु जी दे नाल एक एक्सपीरियंस होया कि जिदे ते निगाह पई उही ठीक। उत्थे ओदी तां एक अलग ही सत्संग है कि किस तरह उत्थे संगत लाइनां किलोमीटर लंबियां लाइनां चांदी। गुरु जी आसन तो उठ के आप बाहर आ जाते सी कि इन्हों वेट ना करनी पवे गुरु जी, क्योंकि उन्होंने गुरु जी की गल समझ नहीं सी आती। गुरु जी तो जानी जान सी, पर सानू अपने नाल खड़ा कर लेंदे सी कि इन्हू ये कह दिओ इन्हू, पर वो तो कहते सी कि ये जो कहना है ये सिर्फ इन्हां दी तसल्ली लई है। किन्ने 100 साल पुराने खूच पानी कहता बादल बरखा हुई, वो सी उत्थे नज़ारे देखे। संगत स्ट्रेचर ते कोई मरीज नूं हॉस्पिटल चों जवाब देता आए, हफ्ते दे विच उहनूं डांस करदे गुरु जी कोले अपनी अखां नाल असीं नज़ारे देखे, बहुत कुछ देखा। एक दफा यही गल दसां कि निगाह जिदे ते पई उही उहदा ही कल्याण। कहंदे मेरे कोले एक दफा भी कोई आया सच्चे मन नाल, कहंदे उहदा कल्याण होना ही होना। टाइम लग सकता पर कल्याण होने ही हो। एक दफा मेरी सिस्टर उन्होंने कोल दिल्ली गई, ओदी भी एक अलग सत्संग है कि ओदी मैरिज लेट हुई, किस तरह गुरु जी ने तू कर लै जिन्नी सेवा होती है, फिर तेन आन नहीं करना। जदों वो गई उदों मेरे मदर जा चुके सी, वो भी गुरु जी ने दिखाया कि मेरे मदर किथे गए हैं। वो भी उन्होंने, क्योंकि सवाल आता सीगा कि इतनी जल्दी चले गए, तुरे फिरते चले गए। पता चलिया कि उन्होंने गुरु जी को अपनी मंग के डेथ ली। वो एक उन्हों दा कनेक्शन सी, उन्हों दी सोल ते गुरु जी जानते सी। फिर ये दिखाया कि सॉरी मैं वो तुहाडी गल विच है, मैं सिर्फ ये दसनी आई है कि जो साडे रिश्ते इत्थे है, चाहे वो माँ बेटी का है, हसबैंड वाइफ का है, भैन भरा का है, किसी का भी रिश्ता है, वो उदों तक साडा है जदों तक असली। हाँ, गुरु जी ने ये दिखाया कि जदों मामा चले गए, जदों उन्होंने ये दिखाया कि वो किथे है, गुरु जी उन्होंने दे नाल सी ते मैं आवाज़ां मारदी हां मामा मामा। मैं पिछली सत्संग च ही थोड़ा डिटेल च दस्सिया। सिर्फ दसन का ये मतलब है कि वो मेरे वाल देखिया भी नहीं उन्होंने। इसका मतलब ये है कि वो मेरे लिए तो आज भी अगर मैं देखा तो मेरी माँ है, बट मेरी माँ लिए मैं उसकी बेटी नहीं है। तो
ਤਾਂ ਗੁਰੂ ਕਹਿੰਦੇ ਨਾ ਅਸਲੀ ਮਾਤਾ ਪਿਤਾ ਭੈਣ ਭਰਾ ਬੰਧਕ ਸਿਰਫ ਤੇ ਸਿਰਫ ਗੁਰੂ ਜੀ। ਉਹ ਕਹਿੰਦੇ ਸੀ ਕਿ ਕੋਈ ਕੰਮ ਨਹੀਂ ਹੁੰਦਾ, ਸਿਰਫ ਗੁਰੂ ਕੰਮ। ਤੇ ਇਹ ਬਿਲਕੁਲ ਠੀਕ ਹੈ। ਅੰਤ ਦੇ ਟਾਈਮ ਤੇ ਕਿਸੇ ਨੇ ਸਾਡੇ ਨਾਲ ਨਹੀਂ ਹੋਣਾ, ਸਿਰਫ ਗੁਰੂ ਜੀ। ਮੇਰੀ ਸਿਸਟਰ ਗਈ ਗੁਰੂ ਜੀ ਕੋਲ, ਜਿਵੇਂ ਇੱਕ ਮਾਂ ਆਪਦੇ ਬੱਚਿਆਂ ਨੂੰ ਕਹਿੰਦੀ ਹੁੰਦੀ ਹੈ ਕਿ ਹੁਣ ਬੇਬੀ ਹੋਣਾ ਚਾਹੀਦਾ। ਉਹ ਕਹਿੰਦੀ ਗੁਰੂ ਜੀ ਹੋ ਨਹੀਂ ਰਿਹਾ। ਕਹਿੰਦੇ ਚੰਗਾ ਲੋਟਾ ਲੈ। ਉਹ ਲੋਟਾ ਲੈ ਕੇ ਗਈ। ਉਹਦੇ ਹਸਬੈਂਡ ਦੀ ਪੋਸਟਿੰਗ ਦਿੱਲੀ ਤੋਂ ਬਾਹਰ ਸੀ। ਉਹ ਬਾਈ ਚਾਂਸ ਲੋਟਾ ਉੱਥੇ ਹੀ ਛੱਡ ਗਈ ਤੇ ਚਲੀ ਗਈ। ਜਦੋਂ ਵਾਪਸ ਆਈ ਗੁਰੂ ਜੀ ਕੋਲੇ ਗਈ ਕਿ ਗੁਰੂ ਜੀ ਮੈਂ ਕਨਸੀਵ ਕਰ ਲਿਆ। ਤੇ ਗੁਰੂ ਜੀ ਕਹਿੰਦੇ ਦੇਖਿਆ ਕਲਿਆਣ ਕਰਤਾ। ਕਹਿੰਦੀ ਗੁਰੂ ਜੀ ਲੋਟਾ ਤਾਂ ਮੇਰਾ ਇੱਥੇ ਹੀ ਰਹਿ ਗਿਆ ਸੀ। ਸੋ ਗੁਰੂ ਜੀ ਕਹਿੰਦੇ ਕਮੀ ਨਾ ਹੋਵੇ ਤਾਂ ਅਸੀਂ ਸਾਡੀ ਤਾਂ ਮਿਹਰ ਹੁੰਦੀ ਹੈ, ਉਹ ਚੀਜ਼ਾਂ ਤਾਂ ਤੁਹਾਡੇ ਲਈ ਹੁੰਦੀਆਂ। ਸੋ ਸੰਗਤ ਜੀ, ਜੋ ਗੁਰੂ ਜੀ ਸਿੱਧਾ ਕਨੈਕਸ਼ਨ ਗੁਰੂ ਜੀ ਦੇ ਨਾਲ, ਜੋ ਪ੍ਰੋਬਲਮ ਜੋ ਚੀਜ਼ ਹੈ, ਗੁਰੂ ਜੀ ਨੇ ਕਿਹਾ ਨਾ ਮੇਰੀ ਫੋਟੋ ਨਾਲ ਗੱਲਾਂ, ਉਹਨਾਂ ਦੀ ਫੋਟੋ ਨਾਲ ਉਹਨਾਂ ਨਾਲ ਇੰਨਾ ਪਿਆਰ ਕਰੋ, ਇੰਨੀ ਚੀਜ਼ ਕਰੋ ਕਿ ਉਹ ਤੁਹਾਡੇ ਹਰ ਵਕਤ ਅੰਗ ਸੰਗ ਸਹਾਇ। ਫਿਰ ਉਹ ਦਿਖਾਉਂਦੇ ਵੀ ਹੈ ਕਿ ਉਹ ਤੁਹਾਡੇ ਹਰ ਵਕਤ ਅੰਗ ਸੰਗ ਸਹਾਇ। ਕਿਸੇ ਦੇ ਕੋਲ ਤੁਹਾਨੂੰ ਆਨਸਰ ਲੈਣ ਦੀ ਜ਼ਰੂਰਤ ਨਹੀਂ, ਸਿੱਧਾ ਗੁਰੂ ਜੀ ਦਾ ਆਨਸਰ ਕਿਸੇ ਮਰਜ਼ੀ ਤਰੀਕੇ ਮਿਲੇ। ਚਾਹੀ ਉਹਦੇ ਹੁਣ ਕਈ ਦਫਾ ਅਰਦਾਸ ਕਰਕੇ ਮਨ ਦੇ ਵਿੱਚ ਕੋਈ ਗੱਲ ਹੁੰਦੀ ਹੈ, ਗੁਰੂ ਜੀ ਨਾਲ ਗੱਲਾਂ ਕਰਦੀ ਕਰਦੀ ਮੇਰੇ ਦਰਬਾਰ ਸਾਹਿਬ ਘਰ ਚ ਪ੍ਰਕਾਸ਼ ਕੀਤੇ ਹੋਏ, ਮੈਂ ਜਾ ਕੇ ਜਦੋਂ ਵਾਕ ਲੈਣੀ ਆ, ਉਹ ਮੇਰੀ ਗੱਲ ਦਾ ਜਵਾਬ ਮੈਨੂੰ ਵਾਕ ਚੋਂ ਮਿਲ ਜਾਂਦਾ। ਸੋ ਉਸ ਤਰੀਕੇ ਨਾਲ ਹੀ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਜਵਾਬ ਮਿਲ ਸਕਦਾ। ਸੋ ਕਨੈਕਸ਼ਨ ਸਿੱਧਾ ਗੁਰੂ ਨਾਲ। ਹੁਕਮ ਤਿਵੇਂ ਤਿਵਕਾਰ, ਜਿਸ ਤਰ੍ਹਾਂ ਉਹਦਾ ਹੁਕਮ, ਜਿਸ ਤਰ੍ਹਾਂ ਉਹਦਾ ਚੱਲਦਾ ਹੈ। ਤੁਹਾਨੂੰ ਪਤਾ ਹੈ, ਮੈਂ ਮਤਲਬ ਸੋਸ਼ਲ ਮੀਡੀਆ ਤੋਂ ਮੈਂ ਭੱਜਦੀ ਹਾਂ, ਮੈਂ ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ। ਫੋਨ ਤੋਂ ਵੀ ਮਤਲਬ ਬਸ ਇਹ ਹੈ ਵੀ ਸਭ ਦਾ ਗੁਰੂ ਜੀ ਸਰਬੱਤ ਦਾ ਭਲਾ ਕਰਨ, ਗੁਰੂ ਜੀ ਸਭ ਨੂੰ ਆਪਣੇ ਚਰਨ ਸ਼ਰਨ ਵਿੱਚ ਆਪਣੇ ਨਾਲ ਜੋੜਨ। ਸੰਗਤ ਸਿੱਧਾ ਕਨੈਕਸ਼ਨ ਗੁਰੂ ਨਾਲ ਬਣਾਵੇ, ਜਿਸ ਤਰ੍ਹਾਂ ਗੁਰੂ ਜੀ ਚਾਹੁੰਦੇ ਹੈ ਸੰਗਤ ਉਸ ਤਰੀਕੇ ਨਾਲ ਹੀ ਗੁਰੂ ਜੀ ਨਾਲ ਪਿਆਰ ਕਰੇ। ਇਹ ਮੇਰੀ ਹਮੇਸ਼ਾ ਰਾਤ ਨੂੰ ਸੌਣ ਦੇ ਟਾਈਮ ਵੀ ਮੈਂ ਕਹਿੰਦੀ ਗੁਰੂ ਜੀ ਸਰਬੱਤ ਦਾ ਭਲਾ ਸਭ ਨੂੰ ਤੇ ਦਇਆ ਦ੍ਰਿਸ਼ਟੀ ਬਣਾ ਕੇ ਰੱਖੇ। ਜੈ